ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਪਿਛਲੇ 2 ਹਫ਼ਤਿਆਂ ਤੋਂ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਦੀਦਾਰ ਸਬਜੈਕਟ ਦੇ ਉੱਤੇ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਵੀ ਆਪ ਜੀ ਨੇ ਸਾਨੂੰ ਬਹੁਤ ਖੂਬਸੂਰਤ ਵਿਚਾਰਾਂ ਇਸ ਵਿਸ਼ੇ ਤੇ ਸਾਂਝੀਆਂ ਕੀਤੀਆਂ ਸਨ। ਇਹ ਵਿਸ਼ਾ ਅੱਜ ਵੀ ਜਾਰੀ ਰੱਖਣਗੇ। ਬੇਨਤੀ ਕਰ ਰਿਹਾ ਹਾਂ ਵੀਰ ਤੇਜਿੰਦਰ ਸਿੰਘ ਜੀ ਨੂੰ, ਅੱਜ ਦਾ ਇਹ ਵਿਸ਼ਾ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਸਾਡੇ ਨਾਲ ਸਾਂਝਾ ਕਰਨ ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ USA ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀਰ ਤੇ ਭੈਣਾਂ ਨੂੰ ਇਸ ਕਲਾਸ ਵਿੱਚ ਜੀ ਆਇਆਂ ਕਹਿੰਦਿਆਂ ਹੋਇਆ ਆਪ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਵਿਸ਼ੇ ਦੇ ਉੱਪਰ ਵਿਚਾਰ ਅੱਗੇ ਤੋਰਨ ਦੀ ਆਗਿਆ ਚਾਹੁੰਦਾ ਹਾਂ। ਪਿਛਲੇ ਵਿਚਾਰਾਂ ਵਿੱਚ ਅਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਕੀਰਤਨ ਕਰਨ ਵਾਲੇ ਹਨ, ਕਿੰਨੇ ਕੀਰਤਨ ਕਰਦੇ ਹਨ, ਉੱਥੇ ਦਾ ਕੀ ਸਿਸਟਮ ਹੈ, ਇਹ ਸਾਰੀਆਂ ਗੱਲਾਂ ਨੂੰ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਆਪ ਜੀ ਦੇ ਸਾਹਮਣੇ ਰੱਖਿਆ ਸੀ। ਤੇ ਇਹ ਵੀ ਅਸੀਂ ਦੱਸਿਆ ਸੀਗਾ ਵੀ ਕਿਸ ਤਰ੍ਹਾਂ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਰਾਗੀ ਹਨ ਉਹ ਕਿਵੇਂ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਪੁਰਾਤਨ ਜਿਹੜੇ ਕੀਰਤਨ ਕਰਨ ਵਾਲੇ ਸਨ, ਭਾਈ ਸੁੰਦਰ ਸਿੰਘ ਜੀ, ਮੁਨਸ਼ਾ ਸਿੰਘ ਜੀ ਵਗੈਰਾ, ਜਿਨ੍ਹਾਂ ਤੋਂ ਬੜੇ ਬੜੇ ਜਿਹੜੇ ਉਸ ਵੇਲੇ ਦੇ ਇੰਪੋਰਟੈਂਟ ਬੰਦੇ ਸਨ, ਉਹ ਕਿਵੇਂ ਮੁਤਾਸਰ ਸਨ, ਕਿਵੇਂ ਉਹਨਾਂ ਤੋਂ ਇੰਪ੍ਰੈਸ ਹੋਏ ਸਨ ਤੇ ਕਿਵੇਂ ਉਹਨਾਂ ਨੇ ਕੇਵਲ ਔਰ ਕੇਵਲ ਆਪਣੇ ਆਪ ਨੂੰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨ ਲਈ ਹੀ ਆਪਣੇ ਆਪ ਨੂੰ ਜਿਹੜਾ ਹੈ ਉਹ ਰਿਜ਼ਰਵ ਕੀਤਾ ਸੀ। ਤੇ ਉਹਨਾਂ ਨੂੰ ਭਾਵੇਂ ਕਿੰਨਾ ਵੀ ਲਾਲਚ ਜਾਂ ਪ੍ਰਲੋਭਨ ਦਿੱਤਾ ਜਾਂਦਾ ਸੀ, ਲੇਕਿਨ ਉਹ ਦਰਬਾਰ ਸਾਹਿਬ ਦੇ ਨਾਲ ਹੀ ਪੂਰਨ ਰੂਪ ਦੇ ਅੰਦਰ ਜਿਹੜੇ ਹਨ ਉਹ ਜੁੜੇ ਹੋਏ ਸਨ। ਤੋ ਇਸ ਤੋਂ ਉਹਨਾਂ ਦਾ ਜਿਹੜਾ ਕਰੈਕਟਰ ਹੈ, ਉਹਨਾਂ ਦਾ ਜਿਹੜਾ ਜੀਵਨ ਹੈ, ਉੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਨਾ ਇੱਕ ਬੜੇ ਵੱਡੇ ਮਾਣ ਵਾਲੀ ਗੱਲ ਹੈ। ਔਰ ਜਿਵੇਂ ਉਹਨਾਂ ਦਾ ਜੀਵਨ ਕੀਰਤਨ ਕਰਨ ਦੇ ਨਾਲ ਜਿਹੜਾ ਹੈ ਬੜਾ ਉੱਚਾ ਔਰ ਸੁੱਚਾ ਬਣ ਜਾਂਦਾ ਸੀ, ਉੱਥੇ ਉਸ ਸਮੇਂ ਦੇ ਰਾਜੇ ਨੇ ਵੀ, ਮਹਾਰਾਜਾ ਰਣਜੀਤ ਸਿੰਘ ਨੇ ਵੀ ਅਗਰ ਉਹਨਾਂ ਦੀ ਮਦਦ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਵੀ ਜੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਕੋਲੋਂ ਮੈਂ ਜੋ ਲੈਣਾ ਹੋਏਗਾ ਲੈ ਲਵਾਂਗਾ, ਤੇ ਤੂੰ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਤੂੰ ਵੀ ਤਾਂ ਦਰਬਾਰ ਸਾਹਿਬ ਦੇ ਅੰਦਰੋਂ ਹੀ ਜੋ ਲੈਣਾ, ਜੋ ਕੁਝ ਲੈਣਾ ਹੋਏਗਾ, ਤੇ ਮੈਂ ਇੱਕ ਮੰਗਤੇ ਕੋਲੋਂ ਮੈਂ ਕੀ ਹੋਰ ਮੰਗ ਸਕਦਾ ਹਾਂ। तो किन्नी दृढ़ता और किन्ना आत्म विश्वास सी उस वेले दरबार साहब दे अंदर कीर्तन करने वाले दी, किन्ना रुतबा सी, किन्नी इंपॉर्टेंस सी। और असीं ये भी देखिया कि अजकल दे जिहड़े रागी हन उन्हां दा जिहड़ा ध्यान वो अपनी एडवरटाइजमेंट करने वास्ते है। और मैं एक बेनती करां कि तुसीं कई दहाकियां तो और कई महीनों तो कई सालों तो कोई एक रागी, मैं नाम नहीं लेना चाहांगा, कि ਉਹੀ ਸ਼ਬਦ ਜਿਹੜੇ ਉਹਨਾਂ ਨੇ 5 ਜਿਹੜੇ ਯਾਦ ਕੀਤੇ ਹੋਏ ਹਨ, ਉਹੀ ਉਹਨਾਂ ਦੀ ਕੈਸਟਾਂ ਵਿੱਚ ਵੱਜਦੇ ਹਨ। ਔਰ ਉਹੀ ਜਿਹੜੇ ਹਨ ਦਰਬਾਰ ਸਾਹਿਬ ਜਦੋਂ ਕੀਰਤਨ ਕਰਦੇ ਹਨ ਤੇ ਉੱਥੇ ਵੀ ਉਹੀ ਸ਼ਬਦ ਪੜ੍ਹਦੇ ਹਨ। ਮੈਨੂੰ ਸ਼ਬਦ ਪੜ੍ਹਨ ਦੇ ਉੱਪਰ ਨਹੀਂ ਕੋਈ ਇਤਰਾਜ਼ ਨਹੀਂ ਹੈ ਕਿ ਮਹਾਰਾਜ ਦੀ ਬਾਣੀ ਹੈ, ਉਸ ਨੂੰ ਪੜ੍ਹਨਾ ਚਾਹੀਦਾ, ਜਿੱਥੋਂ ਮਰਜ਼ੀ ਪੜ੍ਹ ਲਈਏ। ਲੇਕਿਨ ਮੈਂ ਕੀਰਤਨ ਦੀ ਗੱਲ ਕਰ ਰਿਹਾ ਕਿ ਅੱਗੇ ਪ੍ਰੋਗਰੈਸ ਜਿਹੜੀ ਹੈ ਉਹਨਾਂ ਦੀ ਗੁਰਬਾਣੀ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ 5 ਸ਼ਬਦ ਹੀ ਜਿਹੜੇ ਹਨ ਸਾਰੀ ਸੰਗਤ ਨੂੰ ਸੁਣਾਣੇ ਹਨ ਕਈ ਦਹਾਕਿਆਂ ਤੋਂ ਕਈ ਸਾਲਾਂ ਤੱਕ। ਉਹਦੇ ਅੱਗੇ ਜਿਹੜੀ ਖੋਜ ਹੈ ਗੁਰਬਾਣੀ ਦੀ, ਗੁਰਬਾਣੀ ਦੇ ਹੋਰ ਜਿਹੜੇ ਰਾਗ ਹਨ, ਜਿਹੜੀਆਂ ਹੋਰ ਜਿਹੜੀਆਂ ਧੁਨੀਆਂ ਹਨ, ਉਹਨਾਂ ਵਾਲੇ ਪਾਸੇ ਬਹੁਤ ਘੱਟ
ਜਿਹੜੇ ਅਸੀਂ ਬੰਦੇ ਦੇਖਦੇ ਹਾਂ ਵੀ ਜਿਨ੍ਹਾਂ ਨੂੰ ਜਿਹੜੀਆਂ ਧੁਨੀਆਂ, ਜਿਹੜੀਆਂ 9 ਧੁਨੀਆਂ ਨੇ, ਉਹਨਾਂ ਦਾ ਗਿਆਨ ਹੋਵੇ ਜਾਂ ਸਾਰੇ ਰਾਗਾਂ ਦਾ ਗਿਆਨ ਹੋਵੇ, ਉਹ ਜਿਹੜੀ ਹਨ ਉਹ ਜਿਹੜਾ ਪੂਰ ਹੈ ਉਹ ਆਲਮੋਸਟ ਖਤਮ ਹੁੰਦਾ ਜਾ ਰਿਹਾ ਹੈ। ਲੇਕਿਨ ਹਾਲੀ ਵੀ ਬੀਜ ਨਾਸ ਨਹੀਂ ਹੈ। ਕਈ ਹਾਲੀ ਵੀ ਉਹਨਾਂ ਰੀਤਾਂ ਦੇ ਅਨੁਸਾਰ ਉਹਨਾਂ ਧੁਨਾਂ ਦੇ ਅੰਦਰ ਕੀਰਤਨ ਕਰਨਾ ਜਾਣਦੇ ਹਨ, ਉਹਨਾਂ ਰਾਗਾਂ ਵਿੱਚ ਕੀਰਤਨ ਕਰਨਾ ਜਾਣਦੇ ਹਨ। ਔਰ ਇਹ ਪਰਪਾਟੀ ਜਿਹੜੀ ਹੈ, ਜਿਹੜੀ ਤੰਤੀ ਸਾਜ਼ਾਂ ਵਾਲੀ ਦਰਬਾਰ ਸਾਹਿਬ ਦੇ ਉੱਪਰ ਲਾਗੂ ਹੋਈ ਹੈ, ਸ਼ੁਰੂ ਹੋਈ ਹੈ, ਔਰ ਬਾਕੀ ਦੇ ਗੁਰਦੁਆਰਿਆਂ 'ਚ ਵੀ, ਦਿੱਲੀ ਦੇ ਗੁਰਦੁਆਰਿਆਂ 'ਚ ਵੀ ਲਾਗੂ ਕੀਤੀ ਜਾ ਰਹੀ ਹੈ। ਇਹ ਬੜੀ ਅੱਛੀ ਗੱਲ ਹੈ। ਉਹਦੇ ਨਾਲ ਜਿਹੜਾ ਕੀਰਤਨ ਦਾ ਜਿਹੜਾ ਰਸ ਹੈ ਉਹ ਜਿਹੜਾ ਦੂਣਾ ਹੋ ਜਾਏਗਾ। ਅਸੀਂ ਪਿਛਲੇ ਵਿਚਾਰ ਲੈਕਚਰ ਦੇ ਵਿੱਚ ਇਹ ਵੀ ਦੇਖਿਆ ਸੀਗਾ ਵੀ ਅੰਦਰ ਜਿਹੜਾ ਉਹਦਾ ਸਿਸਟਮ ਹੈ ਆਵਾਜ਼ ਦਾ, ਉਹ ਕਿਵੇਂ ਮਹਾਰਾਜ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਬਿਲਡਿੰਗ ਦੀ ਕੰਸਟਰਕਸ਼ਨ ਕੀਤੀ ਤੇ ਕਿਵੇਂ ਉਹਨਾਂ ਨੇ ਉਸ ਨੂੰ ਇਸ ਤਰੀਕੇ ਨਾਲ ਬਣਾਇਆ ਕਿ ਆਵਾਜ਼ ਦੇ ਵਿੱਚ ਕਿਸੇ ਵੀ ਦਰਵਾਜ਼ੇ ਤੋਂ ਕੋਈ ਹਵਾ ਆਈ ਹੈ ਜਾਂ ਕੁਝ ਆਈ ਹੈ, ਉਸ ਦਾ ਜਿਹੜਾ ਹੈ ਆਵਾਜ਼ ਦੇ ਫਟਣ ਨਾਲ ਜਾਂ ਆਵਾਜ਼ ਦੇ ਸੁਰੀਲੇਪਨ ਦੇ ਵਿੱਚ ਕੋਈ ਘਾਟਾ ਨਹੀਂ ਹੋਇਆ, ਸਗੋਂ ਉਹ ਵਾਧਾ ਹੁੰਦਾ ਸੀ। ਤੇ ਅੱਜ ਅਸੀਂ ਦੇਖਦੇ ਹਾਂ ਕਿ ਹੁਣ ਤਾਂ ਦਰਬਾਰ ਸਾਹਿਬ ਵਿਖੇ ਅਤੀ ਆਧੁਨਿਕ ਧੁਨੀ ਸਿਸਟਮ ਫਿੱਟ ਹੈ, ਜਿਹੜਾ ਹੌਲੀ ਜੀ ਆਵਾਜ਼ ਨੂੰ ਵੀ ਬੜਾ ਸੂਖਮ, ਮੁਲਾਇਮ ਤੇ ਸੁਰੀਲਾ ਬਣਾ ਕੇ ਸਾਰੇ ਪਰਿਸਰ ਵਿੱਚ ਇਵੇਂ ਖਿੰਡਾ ਦਿੰਦਾ ਹੈ ਜਿਵੇਂ ਇੱਕ ਹਵਾ ਦਾ ਝੋਕਾ ਫੁੱਲਾਂ ਦੀ ਮਹਿਕ ਨੂੰ ਸਭ ਪਾਸੇ ਖਿਲਾਰ ਦਿੰਦਾ ਹੈ। ਇਸ ਲਈ ਸਾਨੂੰ ਪੁਰਾਣੇ ਕੀਰਤਨੀਆਂ ਦੀਆਂ ਲਾਊਡ ਸਪੀਕਰ ਰਹਿਤ ਸੁਰੀਲੀਆਂ ਤੇ ਮਧੁਰ ਧੁਨਾਂ ਦਾ ਅਹਿਸਾਸ ਹੋਣਾ ਮੁਸ਼ਕਲ ਹੋ ਗਿਆ ਹੈ। ਪਰ ਫਿਰ ਵੀ ਜਿਨ੍ਹਾਂ ਸ਼ਰਧਾਲੂਆਂ ਨੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੇ ਦਰਬਾਰ ਸਾਹਿਬ ਵੱਲ ਪਧਾਰਨ ਦੇ ਨਜ਼ਾਰੇ ਦੇ ਦਰਸ਼ਨ ਕੀਤੇ ਹੋਣ, ਉਹਨਾਂ ਨੂੰ ਪਤਾ ਹੋਵੇਗਾ ਕਿ ਪਾਲਕੀ ਸਾਹਿਬ ਦੇ ਅੱਗੇ ਅੱਗੇ ਇੱਕ ਨੌਜਵਾਨ ਸ਼ਰਧਾਵਾਨ ਸਿੰਘ ਪੂਰੇ ਜ਼ੋਰ ਨਾਲ ਨਰਸਿੰਘਾ ਵਜਾਉਂਦਾ ਹੈ, ਜਿਸ ਦੀ ਧੁਨੀ ਦੀ ਵਿਸ਼ੇਸ਼ਤਾ ਆਪਣੀ ਹੀ ਕਿਸਮ ਦੀ ਹੈ। ਜਦ ਉਸ ਨਰਸਿੰਘੇ ਦੀ ਆਵਾਜ਼ ਦਰਬਾਰ ਸਾਹਿਬ ਦੀਆਂ ਦੀਵਾਰਾਂ ਨਾਲ ਛੂਹਦੀ ਹੈ ਜਾਂ ਦਰਵਾਜ਼ਿਆਂ ਬਾਰੀਆਂ ਵਿੱਚੋਂ ਆਰ ਪਾਰ ਹੁੰਦੀ ਹੈ ਤਾਂ ਇੱਕ ਵਿਸਮਾਦੀ ਰੰਗ ਬਣਾ ਦਿੰਦੀ ਹੈ। ਇਵੇਂ ਲੱਗਦਾ ਹੈ ਕਿ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਖੁਦ ਆਕਾਸ਼ ਤੋਂ ਇਸ ਅਨਾਦੀ ਨਾਦ ਦਾ ਵਰਦਾਨ ਕਰ ਰਿਹਾ ਹੋਵੇ। ਜਦ ਕੋਠਾ ਸਾਹਿਬ ਤੋਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬੜੇ ਅਦਬ ਸਤਿਕਾਰ ਅਤੇ ਸ਼ਰਧਾ ਨਾਲ ਗ੍ਰੰਥੀ ਸਿੰਘ ਆਪਣੇ ਸੀਸ ਤੇ ਵਿਰਾਜਮਾਨ ਕਰਕੇ ਪਾਲਕੀ ਸਾਹਿਬ ਵਿੱਚ ਸ਼ੋਭਤ ਕਰਨ ਲਈ ਲਿਆਉਂਦੇ ਹਨ ਤਾਂ ਨਰਸਿੰਘਾ ਵਜਾਣਾ ਸ਼ੁਰੂ ਹੋ ਜਾਂਦਾ ਹੈ। ਪਾਲਕੀ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਵੇਸ਼ ਦੁਆਰ ਦੇ ਨੇੜੇ ਪਹੁੰਚਣ ਤੱਕ ਨਰਸਿੰਘਾ ਵਜਾਉਣ ਵਾਲਾ ਇਹ ਸਿੰਘ 10-12 ਵਾਰੀ ਇਸ ਨੂੰ ਨਾਲ-ਨਾਲ ਵਜਾਉਂਦਾ ਰਹਿੰਦਾ ਹੈ ਤਾਂ ਕਿ ਸਾਰੀ ਸੰਗਤ ਸੁਚੇਤ ਰਹੇ ਅਤੇ ਸ਼ਬਦ ਗੁਰੂ ਦੇ ਸਤਿਕਾਰ ਵਿੱਚ ਝੁਕ ਜਾਵੇ ਅਤੇ ਪੂਰੀ ਸ਼ਰਧਾ ਅਤੇ ਗਰਮਜੋਸ਼ੀ ਨਾਲ ਆਪਣੇ ਗੁਰੂ ਦਾ ਆਗਮਨ ਦਾ ਸਨਮਾਨ ਕਰੇ। ਨਰਸਿੰਘਾ ਵਜਾ ਕੇ ਗੁਰੂ ਦਾ ਸਤਿਕਾਰ ਕਰਨਾ ਸਿੱਖ ਕੌਮ ਵਿੱਚ ਪੁਰਾਤਨ ਮਰਿਆਦਾ ਹੈ। ਪੁਰਾਤਨ ਸਮਿਆਂ ਵਿੱਚ ਭਾਵੇਂ ਇਹ ਸਾਜ਼ ਰਾਜਿਆਂ ਮਹਾਰਾਜਿਆਂ ਦੀ ਸ਼ਾਨ ਵਿੱਚ ਜਾਂ ਜੰਗਾਂ ਵਿੱਚ ਲੜਾਕੂਆਂ ਅਤੇ ਯੋਧਿਆਂ ਵਿੱਚ ਨਵਾਂ ਜੋਸ਼ ਭਰਨ ਲਈ ਵਜਾਇਆ ਜਾਂਦਾ ਸੀ, ਪਰ ਸਿੱਖ ਮਰਿਆਦਾ ਅਤੇ ਪਰੰਪਰਾ ਅਨੁਸਾਰ ਤੇ ਸਤਿਗੁਰਾਂ ਦੇ ਸਤਿਕਾਰ ਵਿੱਚ ਵੀ ਵੱਜਦਾ ਹੈ। ਆਪਣੀ ਅਤੀ ਮਨਮੋਹਕ ਧੁਨ ਸਦਕਾ ਇਸ ਦੇ ਪ੍ਰਚਲਨ ਨੂੰ ਸਿੱਖ ਸੰਗਤਾਂ ਕੌਮੀ ਗੌਰਵ ਤਸੱਵਰ ਕਰਦੀਆਂ ਹਨ। ਦਰਬਾਰ ਸਾਹਿਬ ਦੇ ਪ੍ਰਥਮ ਹੁਕਮਨਾਮੇ ਦੀ ਸਮਾਪਤੀ ਤੇ ਵੀ ਇਹ ਵੀ ਨਰਸਿੰਘਾ ਦਰਸ਼ਨ ਡਿਓੜੀ ਕੋਲੋਂ ਪੂਰੀ ਸੁਰ ਲੈ ਵਿੱਚ ਵਜਾ ਕੇ ਉਸ ਦਿਨ ਦੇ ਇਲਾਹੀ ਹੁਕਮਨਾਮੇ ਦਾ ਸਵਾਗਤ ਕੀਤਾ ਜਾਂਦਾ ਹੈ। ਇਸ ਨਰਸਿੰਘੇ ਦੀ ਇਸ ਧੁਨ ਨੂੰ ਸੁਣਨ ਉਪਰੰਤ ਹੀ ਸੰਗਤਾਂ ਪ੍ਰਥਮ ਹੁਕਮਨਾਮੇ ਦੀ ਮਰਿਆਦਾ ਦੀ ਸੰਪੰਨਤਾ ਨੂੰ ਆਪਣੀ ਸ਼ਰਧਾ ਵਿਅਕਤ ਕਰਕੇ ਖੁਸ਼ੀ-ਖੁਸ਼ੀ ਸਵੀਕਾਰ ਕਰਦੀਆਂ ਹਨ ਅਤੇ ਇਸ ਇਲਾਹੀ ਨਾਦ ਨੂੰ ਸਰਵਣ ਕਰਕੇ ਖੀਮੀਆਂ ਥੀਂਦੀਆਂ ਹਨ। ਨਰਸਿੰਘੇ ਦਾ ਜ਼ਿਕਰ ਆ ਜਾਣ ਕਾਰਨ ਇਸ ਦੀ ਦਰਬਾਰ ਸਾਹਿਬ ਵਿੱਚ ਸਤਕਾਰੀ ਵਰਤੋਂ ਦਾ ਸੰਖੇਪ ਇਤਿਹਾਸ ਦਰਜ ਕਰਨ ਦੀ ਜਿਹੜੀ ਹੈ ਉਹ ਖੁਸ਼ੀ ਪ੍ਰਾਪਤ ਕੀਤੀ ਗਈ ਹੈ। ਦਰਬਾਰ ਸਾਹਿਬ ਜੀ ਦੀ ਪਵਿੱਤਰ ਫਿਜ਼ਾ ਵਿੱਚ ਕੇਵਲ ਇੱਕ ਨਰਸਿੰਘੇ ਦੀ ਆਵਾਜ਼ ਹੀ ਅਜਿਹਾ ਸਮਾਂ ਬੰਦੀ ਹੈ ਜਿਸ ਨਾਲ ਸਰੋਤੀਆਂ ਦੀਆਂ ਆਤਮਾਵਾਂ ਨਸ਼ਿਆ ਜਾਂਦੀਆਂ ਹਨ ਅਤੇ ਸਾਰਾ ਵਾਤਾਵਰਣ ਬਹੁਤ ਸੁਹਾਵਣਾ ਤੇ ਰਸਪੀਨਾ ਹੋ ਜਾਂਦਾ ਹੈ। ਉਂਝ ਵੀ ਦਰਬਾਰ ਸਾਹਿਬ ਵਿੱਚ ਜਦ ਕੀਰਤਨ ਹੋ ਰਿਹਾ ਹੁੰਦਾ ਹੈ ਤਾਂ ਉਹ ਕੀਰਤਨ ਇਵੇਂ ਲੱਗਦਾ ਹੈ ਜਿਵੇਂ ਕਿ ਦਰਬਾਰ ਸਾਹਿਬ ਰੂਪੀ
ਕੰਵਲ ਦੀ ਮਹਿਕ ਹੋਵੇ। ਕੀਰਤਨ ਦੀਆਂ ਸੁਰੀਲੀਆਂ ਲਪਟਾਂ ਪੰਖੜੀ ਰੂਪੀ ਬਾਰੀਆਂ ਵਿੱਚੋਂ ਨਿਕਲ ਕੇ ਵਾਤਾਵਰਣ ਨੂੰ ਪਵਿੱਤਰ, ਮੁਅੱਤਰ, ਸਵੱਛ ਤੇ ਸ਼ੋਭਨੀਕ ਬਣਾ ਦਿੰਦੀਆਂ ਹਨ, ਜਿਨ੍ਹਾਂ ਸਦਕਾ ਸਰੋਤਾ ਆਪ ਮੁਹਾਰੇ ਹੀ ਅਗੰਮੀ ਦੁਨੀਆ ਦੇ ਆਨੰਦ ਨੂੰ ਮਾਣਨ ਲੱਗ ਜਾਂਦਾ ਹੈ। ਗੁਰਬਾਣੀ ਕੀਰਤਨ ਦੀ ਬਦੌਲਤ ਦਰਬਾਰ ਸਾਹਿਬ ਦਾ ਸਮੁੱਚਾ ਵਾਤਾਵਰਣ ਅਧਿਆਤਮਕ ਰੰਗ ਵਿੱਚ ਰੰਗਿਆ ਰਹਿੰਦਾ ਹੈ। ਕੀਰਤਨ ਦੇ ਹੋਰ ਇਲਾਹੀ ਗੁਣਾਂ ਦੇ ਨਾਲ ਹੀ ਇਹ ਵੀ ਸਿੱਧ ਹੋ ਚੁੱਕਾ ਹੈ ਕਿ ਰਸ ਬਿਨਾ ਕੀਰਤਨ ਇਕਾਗਰਤਾ ਬਖਸ਼ਦਾ ਹੈ, ਮਨ ਨੂੰ ਠਹਿਰਾਓ ਪ੍ਰਦਾਨ ਕਰਦਾ ਹੈ ਅਤੇ ਯਾਦਾਸ਼ਤ ਸ਼ਕਤੀ ਨੂੰ ਵਿਕਸਿਤ ਕਰਦਾ ਹੈ, ਪ੍ਰਚੰਡ ਕਰਦਾ ਹੈ। ਸਿੱਖ ਸੰਗਤ ਲਈ ਕੀਰਤਨ ਦੀ ਦਾਤ ਅਨਮੋਲ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਛਪੀਏ ਲਾਏ ਧਿਆਨਾ ਦਾ ਉਪਦੇਸ਼ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ। ਕੀਰਤਨ ਨਾਮ ਸਿਮਰਤ ਰਹੂੰ ਜਬ ਲਗ ਘਟ ਸਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 818 ਦੇ ਉੱਪਰ ਇਹ ਬੋਲ ਜਿਹੜੇ ਹਨ ਅਗੰਮੀ ਬੋਲ ਸੁਸ਼ੋਭਿਤ ਹਨ। ਆਓ ਹੁਣ ਦੇਖੀਏ ਕਿ ਦਰਬਾਰ ਸਾਹਿਬ ਤੋਂ ਜੋ ਹੁਕਮਨਾਮੇ ਜਾਰੀ ਸਵੇਰੇ, ਜਿਹਨੂੰ ਅਸੀਂ ਮੁੱਖ ਵਾਕ ਕਹਿੰਦੇ ਹਾਂ, ਉਹਨੂੰ ਹੁਕਮ ਕਹਿੰਦੇ ਹਾਂ, ਕਿਉਂਕਿ ਲਿਖਤੀ ਰੂਪ ਵਿੱਚ ਜਦੋਂ ਹੁਕਮ ਪ੍ਰਿੰਟ ਹੋ ਜਾਂਦਾ ਹੈ ਜਾਂ ਬੋਰਡ ਤੇ ਲਿਖਿਆ ਜਾਂਦਾ ਹੈ ਉਸ ਨੂੰ ਅਸੀਂ ਹੁਕਮਨਾਮਾ ਕਹਿੰਦੇ ਹਾਂ। ਲੇਕਿਨ ਜਿਸ ਵੇਲੇ ਉਹ ਸੁਣਾਇਆ ਜਾਂਦਾ ਹੈ ਸਵੇਰੇ ਦਰਬਾਰ ਸਾਹਿਬ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਵੀ ਸੁਣਾਇਆ ਜਾਏ, ਉਸ ਨੂੰ ਅਸੀਂ ਹੁਕਮ ਜਾਂ ਮੁੱਖ ਵਾਕ ਕਹਿੰਦੇ ਹਾਂ। ਸਿੱਖ ਲਈ ਗੁਰਬਾਣੀ ਰੱਬੀ ਬਖਸ਼ਿਸ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਸ਼ਚੈ ਨਾਲ ਲਿਆ ਮੁੱਖ ਵਾਕ ਉਸ ਦਿਨ ਲਈ ਅਕਾਲ ਪੁਰਖ ਦਾ ਸੰਗਤਾਂ ਪ੍ਰਤੀ ਫਰਮਾਨ ਹੈ, ਤਾਕੀਦ ਹੈ ਜਾਂ ਇਲਾਹੀ ਸੰਦੇਸ਼ ਹੈ। ਐਸਾ ਸਿੱਖਾਂ ਦੇ ਮਨ ਵਿੱਚ ਵਿਸ਼ਵਾਸ ਹੈ। ਹਰ ਗੁਰਸਿੱਖ ਹੁਕਮਨਾਮੇ ਨੂੰ ਇਸ ਭਾਵਨਾ ਨਾਲ ਹੀ ਸਵੀਕਾਰ ਕਰਦਾ ਹੈ। ਹੁਣ ਹਰ ਰੋਜ਼ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਬਖਸ਼ਿਸ਼ ਰੂਪ ਵਿੱਚ ਮਾਨਤਾ ਨੂੰ ਪ੍ਰਾਪਤ ਹੁੰਦਾ ਹੈ, ਉਹ ਰੇਡੀਓ ਤੇ ਟੀਵੀ ਰਾਹੀਂ ਦੂਰ ਦਰਾਜ ਬੈਠੀਆਂ ਸੰਗਤਾਂ ਦਾ ਪਥ ਪ੍ਰਦਰਸ਼ਨ ਕਰਦਾ ਹੈ। ਬਹੁਤ ਸਾਰੀਆਂ ਨਿਸ਼ਚੇਵਾਨ ਸੰਗਤਾਂ ਅੰਮ੍ਰਿਤ ਵੇਲੇ ਦੇ ਇਸ ਇਲਾਹੀ ਹੁਕਮਨਾਮੇ ਨੂੰ ਸਰਵਣ ਕਰਨ ਦੇ ਕਰਮ ਨੂੰ ਵਸੇ ਵਸੇ ਖੁੰਝਣ ਨਹੀਂ ਦਿੰਦੀਆਂ। ਜਦ ਤੱਕ ਵਸ ਲੱਗੇ ਉਹ ਉਸ ਵੇਲੇ ਦਰਬਾਰ ਸਾਹਿਬ ਨਾਲ ਜੁੜ ਜਾਂਦੀਆਂ ਹਨ ਕਿ ਅੱਜ ਦਾ ਜੋ ਮੁੱਖ ਵਾਕ ਹੈ, ਗੁਰੂ ਸਾਹਿਬ ਸਾਨੂੰ ਅੱਜ ਦੇ ਦਿਨ ਵਾਸਤੇ ਥਾਟ ਫਾਰ ਦਾ ਡੇ ਉਹ ਕੀ ਦਿੰਦੇ ਹਨ। ਇੰਟਰਨੈਟ ਅਤੇ ਮੋਬਾਈਲ ਫੋਨ ਵਿੱਚ ਹੁਕਮਨਾਮੇ ਦੇ ਫੀਡ ਹੋ ਜਾਣ ਦੀ ਸੁਵਿਧਾ ਉਪਲਬਧ ਹੋ ਜਾਣ ਕਾਰਨ ਹੁਣ ਤਾਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਬੈਠੇ ਗੁਰਬਾਣੀ ਪ੍ਰੇਮੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਪ੍ਰਾਪਤ ਕਰ ਰਹੇ ਹਨ ਅਤੇ ਹੁਕਮ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਸੁਣ ਕੇ ਨਿਹਾਲ ਹੁੰਦੇ ਹਨ। ਮੈਂ ਤੇ ਇਹ ਵੀ ਬੇਨਤੀ ਕਰਦਾ ਕਿ ਦਰਬਾਰ ਸਾਹਿਬ ਤੋਂ ਰੇਡੀਓ ਰਾਹੀਂ ਗੁਰਬਾਣੀ ਸੁਣਨ ਵਾਸਤੇ ਸਿੱਖ ਪੰਥ ਨੂੰ ਬੜਾ ਜਦੋਜਹਿਦ ਕਰਨਾ ਪਿਆ ਤੇ ਤਾਂ ਇਹ ਕਿਤੇ ਜਿਹੜੀ ਗੁਰਬਾਣੀ ਹੈ ਉਹ ਜਲੰਧਰ ਦੇ ਆਲ ਇੰਡੀਆ ਰੇਡੀਓ ਸਟੇਸ਼ਨ ਤੋਂ ਜਿਹੜੀ ਹੈ ਉਹ ਸ਼ੁਰੂ ਹੋਈ। ਤੇ ਉਸ ਵੇਲੇ ਕਾਫੀ ਜਿਹੜੀ ਹੈ ਉਹ ਜਦੋਜਹਿਦ ਜਿਹੜੀ ਹੈ ਸਾਨੂੰ ਸਿੱਖ ਪੰਥ ਨੂੰ ਕਰਨੀ ਪਈ ਹੈ। ਇਹ ਹੁਕਮਨਾਮਾ ਮੁੱਖ ਵਾਕ ਸਿੱਖ ਦੀ ਅਗਵਾਈ ਕਰਦਾ ਹੈ, ਉਪਦੇਸ਼ ਦਿੰਦਾ ਹੈ, ਤਾਕੀਦ ਕਰਦਾ ਹੈ, ਹੌਸਲਾ ਵਧਾਉਂਦਾ ਹੈ। ਉਸ ਦਿਨ ਲਈ ਰੱਬੀ ਫਰਮਾਨ ਹੁੰਦਾ ਹੈ ਅਤੇ ਕਈ ਅਗੰਮੀ ਰਮਜ਼ਾਂ ਸਾਂਝੀਆਂ ਕਰ ਜਾਂਦਾ ਹੈ। ਇਸ ਹੁਕਮ ਮੁੱਖ ਵਾਕ ਦੇ ਰਾਹੀਂ ਸਿੱਖ ਇਹ ਸਮਝਦਾ ਹੈ ਕਿ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਦੇ ਦਿਨ ਵਿੱਚ ਕੀ ਸੰਦੇਸ਼ ਹੈ, ਮੈਂ ਆਪਣੇ ਆਪ ਨੂੰ ਕਿਵੇਂ ਇਸ ਜੋ ਸੰਦੇਸ਼ ਹੈ, ਇਲਾਹੀ ਸੰਦੇਸ਼ ਹੈ, ਗੁਰੂ ਮਹਾਰਾਜ ਦੀ ਜਿਹੜੀ ਸਿੱਖਿਆ ਹੈ ਉਸ ਅਨੁਸਾਰ ਮੈਂ ਆਪਣੀ ਮੱਤ ਨੂੰ ਮੈਂ ਕਿਵੇਂ ਢਾਲ ਸਕਦਾ ਹਾਂ, ਆਪਣੇ ਮਨ ਵਸ ਕਰਮ ਨੂੰ ਕਿਵੇਂ ਮੈਂ ਇਸ ਨਾਲ ਜੋੜ ਸਕਦਾ ਹਾਂ। ਦਰਬਾਰ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਂ ਮੁੱਖ ਵਾਕ ਜਿਹੜਾ ਹੁੰਦਾ ਹੈ ਉਸ ਸੰਬੰਧੀ ਕੁਝ ਘਟਨਾਵਾਂ ਵੀ ਜਿਹੜੀਆਂ ਹਨ ਉਹ ਦਰਬਾਰ ਸਾਹਿਬ ਵਿੱਚ ਹੋਈਆਂ ਹਨ। 1975 ਵਿੱਚ ਦੇਸ਼ ਵਿੱਚ ਜਦੋਂ ਐਮਰਜੈਂਸੀ ਲੱਗੀ ਹੋਈ ਸੀ, ਸਿੱਖਾਂ ਨੇ ਇਸ ਨਵੀਂ ਗੁਲਾਮੀ ਵਿਰੁੱਧ ਮੋਰਚਾ ਲਗਾ ਦਿੱਤਾ। ਸਖਤ ਐਮਰਜੈਂਸੀ ਤੇ ਧੱਕੇਸ਼ਾਹੀ ਕਾਰਨ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਸ਼ਹਿਰੀ ਹੱਕ ਖਤਮ ਕਰ ਦਿੱਤੇ ਗਏ ਸਨ ਅਤੇ ਐਮਰਜੈਂਸੀ ਦੀ ਆੜ ਵਿੱਚ ਜਿਸ ਨੂੰ ਵੀ ਸਰਕਾਰ ਚਾਹੁੰਦੀ ਬਿਨਾਂ ਕਿਸੇ ਫਰਿਆਦ ਦੇ ਜਾਂ ਸੁਣ ਸੁਣਾਈ ਦੇ ਜੇਲ੍ਹ ਵਿੱਚ ਠੋਕ ਦਿੰਦੀ ਸੀ। ਇਸ ਸਥਿਤੀ ਨੂੰ, ਇਸ ਹਾਲਾਤ ਨੂੰ ਆਪਣੇ ਹੱਕਾਂ ਉੱਤੇ ਜ਼ਬਰ ਸਮਝਦੇ ਹੋਏ ਸਿੰਘ ਹੱਕੀ ਆਜ਼ਾਦੀ ਲਈ ਜੂਝ ਰਹੇ ਸਨ
ਸੰਘਰਸ਼ ਕਰ ਰਹੇ ਸਨ ਅਤੇ ਐਮਰਜੈਂਸੀ ਦੇ ਵਿਰੁੱਧ ਵਿੱਚ ਆਪਣਾ ਰੋਸ ਪ੍ਰਗਟਾਉਣ ਲਈ ਦਰਬਾਰ ਸਾਹਿਬ ਤੋਂ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ ਸਨ। ਇਹਨਾਂ ਹਾਲਾਤਾਂ ਵਿੱਚ ਹਰ ਰੋਜ਼ ਗ੍ਰਿਫਤਾਰੀ ਦੇਣ ਲਈ ਜਥਾ ਤਿਆਰ ਕਰਨਾ ਤੇ ਫਿਰ ਉਸ ਨੂੰ ਗ੍ਰਿਫਤਾਰੀ ਲਈ ਭੇਜਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਉਸ ਸਮੇਂ ਦੇ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਹਰ ਰੋਜ਼ ਚੱਲਦੇ। ਉਹਨਾਂ ਦੱਸਿਆ ਕਿ ਵਕਤ ਬੀਤਣ ਦੇ ਨਾਲ-ਨਾਲ ਸਰਕਾਰੀ ਨਾਕਾਬੰਦੀ ਅਤੇ ਭਾਰੀ ਸਖਤੀ ਕਾਰਨ ਜਥਾ ਭੇਜਣਾ ਅਤੀ ਕਠਿਨ ਹੋ ਗਿਆ, ਪਰ ਫਿਰ ਵੀ ਉਹਨਾਂ ਹੌਸਲਾ ਨਹੀਂ ਹਾਰਿਆ। ਹਰ ਰੋਜ਼ ਦੀ ਤਰ੍ਹਾਂ ਉਹ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਆਉਂਦੇ ਤੇ ਹੁਕਮਨਾਮਾ ਸਰਵਣ ਕਰਕੇ ਹੀ ਆਪਣੇ ਦਿਨ ਦੀ ਰੂਪ ਰੇਖਾ ਤਿਆਰ ਕਰਦੇ। ਇੱਥੋਂ ਇੱਕ ਹੋਰ ਸਾਨੂੰ ਗੱਲ ਸਮਝ ਆਉਂਦੀ ਹੈ ਕਿ ਕਿਵੇਂ ਜਿਹੜੇ ਹਨ ਸਾਡੇ ਪੁਰਾਤਨ ਲੀਡਰ ਜਿਹੜੇ ਹਨ ਜਾਂ ਜਿਹੜੇ ਗੁਰਸਿੱਖ ਹਨ, ਉਹ ਕਿਵੇਂ ਦਰਬਾਰ ਸਾਹਿਬ ਤੋਂ ਹੁਕਮਨਾਮੇ ਦਾ ਇੰਤਜ਼ਾਰ ਕਰਦੇ ਹਨ ਔਰ ਫਿਰ ਆਪਣੇ ਜਿਹੜੇ ਦਿਨਚਰਿਆ ਉਹ ਉਸ ਤੋਂ ਬਾਅਦ ਸ਼ੁਰੂ ਕਰਦੇ ਹਨ। 10 ਜਨਵਰੀ 1676 ਦਾ ਦਿਨ ਸੀ। ਸੰਤ ਜੀ ਗ੍ਰਿਫਤਾਰੀ ਦੇਣ ਵਾਲੀ ਮਨੁੱਖੀ ਸ਼ਕਤੀ ਦੀ ਤੇਜ਼ੀ ਨਾਲ ਵਾਪਰੀ ਘਾਟ ਕਾਰਨ ਬਹੁਤ ਚਿੰਤਾ ਵਿੱਚ ਸਨ। ਵੱਡੇ ਲੀਡਰ ਸਾਰੇ ਜੇਲ੍ਹਾਂ ਵਿੱਚ ਸਨ। ਪਿੰਡਾਂ ਦੀਆਂ ਸੰਗਤਾਂ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਕਠਿਨਾਈਆਂ ਹੀ ਕਠਿਨਾਈਆਂ ਸਨ। ਅਜਿਹਾ ਹਾਲਤ ਵਿੱਚ ਮੋਰਚੇ ਨੂੰ ਸਫਲਤਾ ਨਾਲ ਅੱਗੇ ਤੋਰਨਾ ਵਿੱਚ ਰੱਬ ਦੇ ਆਸਰੇ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਸੀ ਜਾਪਦਾ। ਇਸ ਸਥਿਤੀ ਨੂੰ ਝੇਲਦਿਆਂ ਹੋਇਆ ਉਸ ਦਿਨ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਆਇਆ, ਜੋ ਅੰਗ 629 ਔਰ 30 ਦੇ ਉੱਪਰ ਸੁਭਾਇਮਾਨ ਹੈ, ਇਸ ਪ੍ਰਕਾਰ ਸੀ। ਸੋਰਠ ਮਹਿਲਾ ਪੰਜਵਾਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜੀ ਦੇ ਕਥਨ ਅਨੁਸਾਰ ਹੁਕਮਨਾਮੇ ਦੇ ਸ਼ਬਦ ਸੁਣ ਕੇ ਉਹਨਾਂ ਦੇ ਮਨ ਵਿੱਚ ਇੱਕ ਆਸ ਦੀ ਕਿਰਨ ਪੈਦਾ ਹੋ ਗਈ। ਉਹ ਇਸ ਉਤਸ਼ਾਹੀ ਹੁਕਮਨਾਮੇ ਦੀ ਬਦੌਲਤ ਪੂਰਨ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਆ ਗਏ। ਇਧਰੋਂ ਉਧਰੋਂ ਕੁਝ ਸਿੰਘ ਇਕੱਠੇ ਕਰਕੇ ਸ਼ਾਮ ਨੂੰ ਜਥੇ ਦੇ ਰੂਪ ਵਿੱਚ ਰੋਜ਼ ਵਾਂਗ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਅਤੇ ਮਨ ਵਿੱਚੋਂ ਆਵਾਜ਼ ਆਉਣੀ ਪ੍ਰਤੀਤ ਹੋਣ ਲੱਗ ਪਈ ਕਿ ਹੇ ਵਾਹਿਗੁਰੂ, ਕੋਈ ਕੌਤਕ ਕਰਨ ਵਾਲੇ ਹਨ, ਵਰਤਾਉਣ ਵਾਲੇ ਹਨ। ਅਗਲੇ ਦਿਨ ਫਿਰ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਦੇ ਬਚਨ ਸਰਵਣ ਕਰਨ ਲਈ ਸੰਤ ਜੀ ਸੰਗਤ ਵੀ ਸ਼ਾਂਤ ਚਿਤ ਬੈਠੇ ਸਨ। ਦਰਬਾਰ ਸਾਹਿਬ ਦਾ ਮੁੱਖ ਵਾਕ ਪ੍ਰਾਰੰਭ ਹੋਇਆ ਅਤੇ ਬੜੀ ਅਚਰਜਤਾ ਹੋਈ ਕਿ ਦਰਬਾਰ ਸਾਹਿਬ ਪਿਛਲੇ ਦਿਨ ਵਾਲਾ ਹੀ ਮੁੱਖ ਵਾਕ ਨਿਕਲਿਆ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇਸ ਨਾਲ ਸੰਤ ਜੀ ਦੇ ਸਮੇਤ ਸਾਰੀਆਂ ਸੰਗਤਾਂ ਵਿਸਮਾਤ ਵਿੱਚ ਆ ਗਈਆਂ ਕਿ ਮਹਾਰਾਜ ਅੱਜ ਵੀ ਇਹੀ ਸਾਨੂੰ ਪ੍ਰੇਰਨਾ ਦੇ ਰਿਹਾ ਤੇ ਹਰ ਕਿਸੇ ਦੇ ਮਨ ਵਿੱਚ ਇਹ ਖਿਆਲ ਘਰ ਕਰਨ ਲੱਗ ਪਏ ਕਿ ਕੁਝ ਬਹੁਤ ਹੀ ਅਸਾਧਾਰਨ ਘਟਨਾ ਵਾਪਰਨ ਵਾਲੀ ਹੈ। ਰੱਬ ਦੀਆਂ ਮਿਹਰਾਂ ਦੇਖੋ, ਆਪਣੇ ਪ੍ਰੇਮੀਆਂ ਨੂੰ ਪੂਰਨ ਤੌਰ ਤੇ ਸੁਦ੍ਰਿੜ ਕਰਨ ਲਈ ਸਤਿਗੁਰਾਂ ਨੇ ਤੀਜੇ ਦਿਨ ਵੀ ਇਸੇ ਹੁਕਮਨਾਮੇ ਦਾ ਮੁੱਖ ਵਾਕ ਦਾ ਪ੍ਰਕਾਸ਼ ਕਰ ਦਿੱਤਾ। ਫਿਰ ਕੀ ਸੀ, ਸੰਗਤ ਧੰਨ ਗੁਰੂ ਰਾਮਦਾਸ ਕਰਨ ਲੱਗ ਪਈ ਅਤੇ ਸੰਤ ਜੀ ਅਨੁਸਾਰ ਉਹਨਾਂ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਸਿੰਘਾਂ ਦਾ ਮੋਰਚਾ ਅਵਸ਼ਯ ਕਾਮਯਾਬ ਹੋਣ ਵਾਲਾ ਹੈ, ਜੈ ਜੈਕਾਰ ਹੋਣ ਵਾਲੀ ਹੈ ਅਤੇ ਸ਼ਹਿਰੀ ਅਧਿਕਾਰਾਂ ਤੇ ਕੀਤੀ ਜਾ ਰਹੀ ਅਮਾਨਵੀ ਜ਼ਿਆਦਤੀ ਦਾ ਅੰਤ ਵੀ ਨੇੜੇ ਹੀ ਹੈ। ਹਾਲਾਤਾਂ ਨੇ ਕਰਵਟ ਬਦਲੀ ਤੇ ਭਾਰਤ ਸਰਕਾਰ ਨੇ 2-3 ਦਿਨਾਂ ਮਗਰੋਂ ਹੀ ਦੇਸ਼ ਵਿੱਚੋਂ ਐਮਰਜੈਂਸੀ ਦਾ ਜਿਹੜਾ ਹੈ ਐਲਾਨ ਕਰ ਦਿੱਤਾ, ਖਤਮ ਕਰਨ ਦਾ, ਤੇ ਚੋਣਾਂ ਦਾ ਐਲਾਨ ਕਰ ਦਿੱਤਾ ਅਤੇ ਚੋਣਾਂ ਕਾਰਨ ਲੋਕਾਂ ਨੇ ਐਮਰਜੈਂਸੀ ਦੌਰਾਨ ਹੋ ਰਹੀਆਂ ਜ਼ਿਆਦਤੀਆਂ ਦਾ ਆਪਣੇ ਭਾਸ਼ਣਾਂ ਤੇ ਲਿਖਤਾਂ ਵਿੱਚ ਕੋਝੇ ਤੇ ਨਿੰਦਣਯੋਗ ਢੰਗਾਂ ਨਾਲ ਜ਼ਿਕਰ ਆਰੰਭ ਦਿੱਤਾ। ਨਤੀਜਾ ਇਹ ਨਿਕਲਿਆ ਕਿ ਇਹ ਲੇਹ ਲਦਾਖ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਜੋ ਐਮਰਜੈਂਸੀ ਲਗਾਉਣ ਦੀ ਸਜ਼ਾ ਵਜੋਂ ਹੁਕਮਰਾਨ ਪਾਰਟੀ ਨੂੰ ਇੱਕ ਵੀ ਸੀਟ ਨਾ ਮਿਲੀ। ਫਲਸਰੂਪ ਜਨਤਾ ਸਰਕਾਰ ਹੋਂਦ ਵਿੱਚ ਆ ਗਈ, ਜਿਸ ਨੇ ਐਮਰਜੈਂਸੀ ਦਾ ਖਾਤਮਾ ਸਾਰੇ ਸੰਸਾਰ ਵਿੱਚ ਖਾਤਮਾ ਕਰਕੇ ਇੱਕ ਵਾਰੀ ਫਿਰ ਦੇਸ਼ ਵਿੱਚ ਖੁੱਲ੍ਹੇਪਨ ਦਾ ਵਾਤਾਵਰਣ ਸਿਰਜ ਦਿੱਤਾ। ਸਾਰੇ ਸੰਸਾਰ ਵਿੱਚ ਤੇ ਵਿਸ਼ੇਸ਼ ਕਰਕੇ ਭਾਰਤ ਵਿੱਚ ਸਿੱਖਾਂ ਦੇ ਸਫਲ ਮੋਰਚੇ ਦਾ ਭਰਵਾਂ ਜ਼ਿਕਰ ਹੋਇਆ ਤੇ ਇਹਨਾਂ ਨੂੰ ਇਹ ਕਹਿ ਕੇ ਮਾਨ ਦਿੱਤਾ ਗਿਆ ਕਿ ਇਹਨਾਂ ਸਿੱਖਾਂ ਦੀ ਬਦੌਲਤ ਹੀ
ਭਾਰਤੀਆਂ ਨੂੰ ਇੱਕ ਵਾਰੀ ਫਿਰ ਗਵਾਚੀ ਹੋਈ ਆਜ਼ਾਦੀ ਨਸੀਬ ਹੋਈ ਹੈ। ਮੈਂ ਇੱਥੇ ਇਹ ਵੀ ਆਪ ਜੀ ਨੂੰ ਸਪਸ਼ਟ ਕਰ ਦਿਆਂ ਕਿ ਕੇਵਲ ਇੱਕੋ ਇੱਕ ਅਕਾਲੀ ਪਾਰਟੀ ਸੀ ਜਿਨ੍ਹਾਂ ਨੇ, ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਐਮਰਜੈਂਸੀ ਦੇ ਵਿਰੁੱਧ ਜਿਹੜਾ ਹੈ ਉਹ ਮੋਰਚਾ ਲਗਾਇਆ ਸੀ। ਕਿਸੇ ਹੋਰ ਪੋਲੀਟੀਕਲ ਪਾਰਟੀ ਨੇ ਮੋਰਚਾ ਨਹੀਂ ਲਗਾਇਆ। ਤਾਂ ਇਹ ਮਾਣ ਜਿਹੜਾ ਹੈ ਉਹ ਸਿੱਖਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਕਿ ਜਿਨ੍ਹਾਂ ਨੇ ਧੱਕੇ ਵਿਰੁੱਧ ਜਿਹੜਾ ਹੈ ਡਟ ਕੇ ਜਿਹੜਾ ਹੈ ਉਹ ਗ੍ਰਿਫਤਾਰੀਆਂ ਦਿੱਤੀਆਂ ਔਰ ਮੋਰਚਾ ਲਾਇਆ। ਇਵੇਂ ਹੁਕਮਨਾਮੇ ਦੇ ਰੂਪ ਵਿੱਚ ਦਰਬਾਰ ਸਾਹਿਬ ਤੋਂ ਅਗੰਮੀ ਸੰਦੇਸ਼ ਦੇ ਕੇ ਸਤਿਗੁਰਾਂ ਨੇ ਆਪਣੀ ਕਲਾ ਵਰਤਾ ਦਿੱਤੀ, ਸਿਦਕ ਨੂੰ ਫਲ ਲਾਏ ਅਤੇ ਮੁੱਖ ਵਾਕ ਦੇ ਆਪਣੇ ਬਚਨ ਜੈ ਜੈਕਾਰ ਕਰੇ ਸਭ ਕੋਈ, ਸਤ ਕਰ ਦਿਖਾਏ। ਤੇ ਸਾਰੇ ਪਾਸੇ ਸਿੱਖਾਂ ਦੀ ਜੈ ਜੈਕਾਰ ਹੋਣ ਲੱਗ ਪਈ ਕਿ ਇਹਨਾਂ ਦੀ ਬਦੌਲਤ ਹੀ ਇਹ ਐਮਰਜੈਂਸੀ ਵਰਗਾ ਕੋਝਾ ਜਿਹੜਾ ਯਤਨ ਹੈ ਉਹ ਖਤਮ ਹੋਇਆ ਹੈ ਔਰ ਮਨੁੱਖੀ ਅਧਿਕਾਰ ਮੁੜ ਕੇ ਜਿਹੜੇ ਹਨ ਉਹ ਮਿਲਣੇ ਸ਼ੁਰੂ ਹੋ ਗਏ ਹਨ। ਇਸ ਇਕੱਲੀ ਘਟਨਾ ਨਾਲ ਹੀ ਦਰਬਾਰ ਸਾਹਿਬ ਅਤੇ ਗੁਰਬਾਣੀ ਪ੍ਰਤੀ ਗੈਰ ਸਿੱਖ ਵੀਰਾਂ ਭੈਣਾਂ ਵਿੱਚ ਵੀ ਇਸ ਪਵਿੱਤਰ ਧਾਮ ਅਤੇ ਇਲਾਹੀ ਬਾਣੀ ਬਾਰੇ ਸਤਿਕਾਰ ਵਧਿਆ, ਨਵੀਂ ਚੇਤਨਤਾ ਪੈਦਾ ਹੋਈ ਅਤੇ ਪ੍ਰਭੂ ਦੀਆਂ ਅਸੀਮ ਸ਼ਕਤੀਆਂ ਵਿੱਚ ਆਸਥਾ ਵਧੀ। ਜਿੱਥੇ ਤੱਕ ਦਰਬਾਰ ਸਾਹਿਬ ਵਿੱਚ ਹੁਕਮਨਾਮਾ ਲੈਣ ਦੀ ਮਰਿਆਦਾ ਅਤੇ ਵਿਧੀ ਦਾ ਸੰਬੰਧ ਹੈ ਉਹ ਇਵੇਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਜਦ ਪ੍ਰਕਾਸ਼ ਕਰਨ ਹਿਤ ਖੋਲਿਆ ਜਾਂਦਾ ਹੈ, ਇਹ ਜੋ ਮਰਿਆਦਾ ਹੈ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਤੋਂ ਜਾਰੀ ਹੈ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੈ ਕਿ ਪ੍ਰਕਾਸ਼ ਕਰਨਗੇ ਜਦੋਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਿਆ ਜਾਂਦਾ ਹੈ ਤਾਂ ਖੱਬੇ ਅੰਗ ਤੋਂ ਜੋ ਸ਼ਬਦ ਸਭ ਤੋਂ ਉੱਤੇ ਪ੍ਰਾਰੰਭ ਵਿੱਚ ਪ੍ਰਾਪਤ ਹੁੰਦਾ ਹੈ ਉਸ ਨੂੰ ਹੀ ਹੁਕਮਨਾਮੇ ਦੇ ਰੂਪ ਵਿੱਚ ਉਚਾਰਨ ਕੀਤਾ ਜਾਂਦਾ ਹੈ। ਇਸ ਲਈ ਉਹ ਉਸ ਵਿਸ਼ੇਸ਼ ਦਿਨ ਦਾ ਮੁੱਖ ਵਾਕ ਹੁੰਦਾ ਹੈ ਜਿਸ ਦੀਆਂ ਪਹਿਲੀਆਂ ਦੋ ਪੰਕਤੀਆਂ ਸੰਗਤਾਂ ਦੀ ਵਾਕਫੀ ਲਈ ਬਲੈਕ ਬੋਰਡ ਤੇ ਵੀ ਲਿਖ ਦਿੱਤੀਆਂ ਜਾਂਦੀਆਂ ਹਨ। ਜੇਕਰ ਪਹਿਲੀ ਪੰਕਤੀ ਤੋਂ ਨਵਾਂ ਸ਼ਬਦ ਸ਼ੁਰੂ ਨਾ ਹੁੰਦਾ ਹੋਵੇ ਤਦ ਉਸ ਅੰਗ ਨੂੰ ਪਿਛਲੇ ਪਾਸੇ ਪਰਤਾਇਆ ਜਾਂਦਾ ਹੈ ਜਿੱਥੋਂ ਉਹ ਸ਼ਬਦ ਸ਼ੁਰੂ ਹੁੰਦਾ ਹੈ ਅਤੇ ਉੱਥੋਂ ਉਸ ਨੂੰ ਪੜ੍ਹਿਆ ਜਾਂਦਾ ਹੈ। ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਔਰ ਬਾਕੀ ਗੁਰਦੁਆਰਿਆਂ ਤੋਂ ਮੁੱਖ ਵਾਕ ਜਿਹੜੇ ਲਏ ਜਾਂਦੇ ਹਨ, ਅੰਤਲੀਆਂ ਪੰਕਤੀਆਂ ਅਤੇ ਪਹਿਲੀਆਂ ਪ੍ਰਾਰੰਭ ਪੰਕਤੀਆਂ ਨੂੰ ਦੋ ਵਾਰੀ ਪੜ੍ਹਿਆ ਜਾਂਦਾ ਹੈ ਅਤੇ ਹੁਕਮਨਾਮਾ ਸੰਪੰਨ ਹੋਣ ਜਾਣ ਮਗਰੋਂ ਪ੍ਰਾਰੰਭਕ ਪੰਕਤੀਆਂ ਨੂੰ ਫਿਰ ਦੁਹਰਾਇਆ ਜਾਂਦਾ ਹੈ। ਅੰਮ੍ਰਿਤ ਵੇਲੇ ਆਏ ਇਸ ਮੁੱਖ ਵਾਕ ਨੂੰ ਹੀ ਸਵੇਰੇ ਆਸਾ ਕੀ ਵਾਰ ਦੀ ਸਮਾਪਤੀ ਮਗਰੋਂ ਅਰਦਾਸ ਉਪਰੰਤ ਦੁਹਰਾਇਆ ਜਾਂਦਾ। ਦੁਪਹਿਰ ਤੋਂ ਮਗਰੋਂ ਲਏ ਗਏ ਹੁਕਮਨਾਮੇ ਦੇ ਪ੍ਰਾਰੰਭਕ ਅਤੇ ਅੰਤਲੇ ਬੋਲ ਤਾਂ ਦੋ ਵਾਰੀ ਪੜ੍ਹੇ ਜਾਂਦੇ ਹਨ, ਪਰ ਹੁਕਮਨਾਮੇ ਦੇ ਪ੍ਰਾਰੰਭਕ ਬੋਲਾਂ ਨੂੰ ਮੁੱਖ ਵਾਕ ਦੇ ਸੰਪੰਨ ਹੋਣ ਤੇ ਤੀਜੀ ਵਾਰੀ ਨਹੀਂ ਪੜ੍ਹਿਆ ਜਾਂਦਾ ਜਿਵੇਂ ਕਿ ਸਵੇਰੇ ਅੰਮ੍ਰਿਤ ਵੇਲੇ ਪੜ੍ਹਿਆ ਜਾਂਦਾ ਹੈ। ਹੁਕਮਨਾਮਾ ਲੈਣ ਲਈ ਇਸ ਮਰਿਆਦਾ ਨੂੰ ਲਗਭਗ ਸਭ ਗੁਰਦੁਆਰਿਆਂ ਵਿੱਚ ਸਿੱਖ ਰਿਆਤ ਮਰਿਆਦਾ ਅਨੁਸਾਰ ਜਿਹੜਾ ਹੈ ਉਹ ਅਪਣਾਇਆ ਜਾਂਦਾ ਹੈ। ਇਸ ਇਲਾਹੀ ਮੁੱਖ ਵਾਕ ਦੇ ਸਤਿਕਾਰ ਲਈ 25ਵੀਂ ਪ੍ਰਚਲਿਤ ਮਰਿਆਦਾ ਜਿਹੜੀ ਹੈ ਉਹ ਸਿੱਖ ਰਿਆਤ ਮਰਿਆਦਾ ਜਿਹੜੀ ਹੈ ਉਹ ਦਰਬਾਰ ਜੋ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਹੈ ਉਸ ਵਿੱਚ ਵੀ ਇਹੀ ਮਰਿਆਦਾ ਦਾ ਜਿਹੜਾ ਜ਼ਿਕਰ ਹੈ। ਹਰਿਮੰਦਰ ਸਾਹਿਬ ਵਿੱਚ ਕੁਝ ਜੋ ਅਨੋਖੀ ਮਰਿਆਦਾ ਹੈ ਉਸ ਬਾਰੇ ਵੀ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਲਈਏ। ਸਾਰੇ ਸਿੱਖ ਸੰਸਾਰ ਦੀ ਧਾਰਮਿਕ ਮਰਿਆਦਾ ਇੱਕ ਸਮਾਨ ਹੈ ਜੋ ਅਕਾਲ ਤਖਤ ਦੇ ਤਾਬੇ ਹੈ। ਹਰਿਮੰਦਰ ਦਰਬਾਰ ਸਾਹਿਬ ਉਸ ਮਰਿਆਦਾ ਦਾ ਸੁੱਚਾ ਅੰਗ ਹੋ ਕੇ ਵੀ ਆਪਣੀ ਨਵੇਕਲੀ ਹਸਤੀ ਬਣਾਈ ਰੱਖਣ ਦਾ ਮਾਲਕ ਹੈ। ਪਾਕ ਦਰਬਾਰ ਸਾਹਿਬ ਦੇ ਅੰਦਰ ਭਾਵੇਂ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਜਿਹੜੀ ਹੈ ਸਾਰੇ ਪੰਥ ਵਾਸਤੇ ਜਾਰੀ ਹੋਈ ਹੈ, ਲੇਕਿਨ ਦਰਬਾਰ ਸਾਹਿਬ ਦੇ ਅੰਦਰ ਕੁਝ ਐਸੀ ਮਰਿਆਦਾ ਹੈ ਜਿਹੜੀ ਕਿ ਦੂਜਿਆਂ ਨਾਲੋਂ ਵੱਖ ਹੈ, ਅਕਾਲ ਤਖਤ ਨਾਲੋਂ ਵੀ ਉਹ ਵੱਖ ਹੈ। ਇਹ ਅਸਥਾਨ ਸਿੱਖਾਂ ਦੇ ਨਾਲ ਸਾਰੇ ਮਾਨਵ ਭਾਈਚਾਰੇ ਦਾ ਵੀ ਇੱਕ ਜਿਹੜਾ ਹੈ ਉਹ ਮੰਨਣਯੋਗ ਔਰ ਪੂਜਨੀਕ ਸਥਾਨ ਹੈ। ਹਰ ਪ੍ਰਕਾਰ ਦੀ ਦਰਬਾਰ ਸਾਹਿਬ ਦੀ ਸਫਾਈ ਕਰਨ ਉਪਰੰਤ ਅੰਮ੍ਰਿਤ ਵੇਲੇ ਕੀਰਤਨ ਪ੍ਰਾਰੰਭ ਹੋ ਜਾਂਦਾ ਹੈ ਅਤੇ ਜਦ ਆਸਾ ਕੀ ਵਾਰ ਦਾ ਲਗਭਗ ਅੱਧਾ ਕੀਰਤਨ ਹੋ ਚੁੱਕਾ ਹੁੰਦਾ ਹੈ ਤਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਬੜੇ ਸਤਿਕਾਰੀ ਰੂਪ ਵਿੱਚ ਅਕਾਲ ਤਖਤ ਸਾਹਿਬ ਵਿਖੇ ਸਥਿਤ ਕੋਠਾ ਸਾਹਿਬ ਵਿੱਚੋਂ ਲਿਆ ਜਾਂਦਾ ਹੈ, ਜਿਸ ਦਾ ਵਰਣਨ ਉੱਪਰ ਅਸੀਂ ਕਰ ਚੁੱਕੇ ਹਾਂ
ਕਿ ਕਿਵੇਂ ਗ੍ਰੰਥੀ ਸਿੰਘ ਸਿਰ ਤੇ ਚੁੱਕ ਕੇ ਲਿਆਉਂਦੇ ਹਨ। ਉਹ ਸੰਗਤਾਂ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਜਿਹੜੀਆਂ ਕਰਦੇ ਹੁੰਦੀਆਂ ਹਨ, ਔਰ ਅੱਗੇ ਇੱਕ ਆਦਰ ਸਤਕਾਰ ਵਾਲਾ ਨਰ ਸਿੰਘ ਵਜਾਉਣ ਵਾਲਾ ਸਿੰਘ ਜਿਹੜਾ ਹੈ ਉਹ ਨਾਲ ਹੀ ਇਸ ਨੂੰ ਜਿਹੜਾ ਹੈ ਵਜਾਉਂਦਾ ਰਹਿੰਦਾ ਹੈ। ਤੇ ਉਹ ਇੱਕ ਜੋ ਅਸੀਂ ਕਹਿੰਦੇ ਆ ਕਿ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ, ਉਹ ਰਾਜਿਆਂ ਦੇ ਦਰਬਾਰਾਂ ਵਿੱਚ ਵੱਜਣ ਵਾਲਾ ਨਰ ਸਿੰਘਾ ਦਰਬਾਰ ਸਾਹਿਬ ਵਿੱਚ ਮਹਾਰਾਜ ਸਰੂਪ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੱਜਦਾ ਹੈ। ਅਤੇ ਜਦੋਂ ਕੋਠਾ ਸਾਹਿਬ ਤੋਂ ਇਹ ਸਰੂਪ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਸਵਈਏ ਗਾਇਨ ਕਰਨ ਵਾਲੇ ਇੱਕ ਇੱਕ ਸ਼ਰਧਾਲੂ ਵੱਲੋਂ ਵਾਰੀ-ਵਾਰੀ ਖੜੇ ਹੋ ਕੇ ਬੜੀ ਸ਼ਰਧਾ ਭਾਵਨਾ ਨਾਲ ਭੱਟਾਂ ਦੇ ਸਵਈਆਂ ਦੇ ਗਾਇਨ ਨਾਲ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਦੀ ਮਰਿਆਦਾ ਆਰੰਭ ਹੁੰਦੀ ਹੈ। ਅਤੇ ਜਦ ਭੱਟ ਕਲ ਸਹਾਰ ਦੇ ਸਵਈਏ ਦੀ ਪੰਕਤੀ ਦੇ ਸ਼ਬਦ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਉਚਾਰੇ ਜਾਂਦੇ ਹਨ, ਤਦ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾਮਈ ਢੰਗ ਨਾਲ ਖੋਲ ਕੇ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਗੁਰੂ ਮਹਾਰਾਜ ਦੇ ਸਰੂਪ ਦੇ ਖੱਬੇ ਹੱਥ ਦੇ ਅੰਗ ਦੇ ਉੱਤੇ ਜੋ ਸ਼ਬਦ ਹੋਵੇ ਉਸ ਨੂੰ ਉਸ ਦਿਨ ਦਾ ਫਰਮਾਨ ਸਮਝ ਕੇ ਮੁੱਖ ਵਾਗ ਦੇ ਰੂਪ ਵਿੱਚ ਸੰਗਤਾਂ ਨੂੰ ਸਰਵਣ ਕਰਵਾਇਆ ਜਾਂਦਾ ਹੈ। ਮੈਂ ਇੱਥੇ ਬੇਨਤੀ ਕਰਾਂ ਕਿ ਪਿੱਛੇ ਜੇ ਸਾਡੇ ਇੱਥੇ ਵੀ ਇੱਕ ਸਵਾਲ ਆਇਆ ਸੀ ਕਿ ਜਿਹੜੇ ਸਵਈਏ ਹਨ ਭੱਟਾਂ ਦੇ ਸਵਈਏ ਉਹ ਕਿੰਨੇ ਰੋਜ਼ਾਨਾ ਪੜ੍ਹੇ ਜਾਂਦੇ ਹਨ। ਸਰਦਾਸ ਨੇ 2 ਦਿਨ ਲਗਾਤਾਰ ਉਹ ਸਵਈਏ ਸੁਣੇ ਤੇ ਮੈਂ ਜਵਾਬ ਵਿੱਚ ਦਿੱਤਾ ਸੀ ਕਿ 18 ਜਿਹੜੇ ਹਨ ਸਵਈਏ ਭੱਟਾਂ ਦੇ ਸਵਈਏ ਰੋਜ਼ਾਨਾ ਜਿਹੜੇ ਹਨ ਉਹ ਪੜ੍ਹੇ ਜਾਂਦੇ ਹਨ। ਤੇ ਉਹ ਜਦ ਤੱਕ ਪੂਰੇ ਸਵਈਏ ਨਹੀਂ ਪੜ੍ਹੇ ਜਾਂਦੇ ਉਹ ਅਗਲੇ ਦਿਨ ਉਸ ਤੋਂ ਅਗਲੇ ਜਿਹੜੇ ਹਨ ਉਹ ਸਵਈਏ ਜਿਹੜੇ ਪੜ੍ਹੇ ਜਾਂਦੇ ਹਨ। ਔਰ ਫਿਰ ਇਹ ਕਲ ਸਹਾਰ ਵਾਲਾ ਜਿਹੜਾ ਸਵਈਆ ਹੈ ਉਹ ਅਖੀਰ ਤੇ ਜਿਹੜਾ ਹੈ ਉਹ ਪੜ੍ਹਿਆ ਜਾਂਦਾ ਹੈ। ਜੇਕਰ ਅੰਗ ਦਾ ਪ੍ਰਾਰੰਭ ਪਿਛਲੇ ਅੰਗ ਤੋਂ ਸ਼ਬਦ ਚੱਲ ਰਿਹਾ ਹੁੰਦਾ ਹੋਵੇ ਤਾਂ ਇੱਕ ਅੰਗ ਪਿੱਛੇ ਜਾ ਕੇ ਜਿੱਥੇ ਉਹ ਸ਼ਬਦ ਪ੍ਰਾਰੰਭ ਹੁੰਦਾ ਹੈ ਉਤੋਂ ਹੁਕਮਨਾਮਾ ਲਿਆ ਜਾਂਦਾ ਹੈ। ਇਹ ਗੱਲ ਜਿਹੜੀ ਹੈ ਹੁਕਮਨਾਮਾ ਲੈਣ ਉਪਰੰਤ ਫੌਰਨ ਹੀ ਹੁਕਮਨਾਮੇ ਵਾਲੇ ਖੁੱਲੇ ਹੋਏ ਅੰਗਾਂ ਤੇ ਪਲਕਾਂ ਪਾ ਕੇ ਉਹਨਾਂ ਨੂੰ ਢੱਕ ਦਿੱਤਾ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਨ ਵਾਲੇ ਵਸਤਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੱਜ ਕੇ ਉੱਪਰ ਸੋਹਣੇ ਰੁਮਾਲੇ ਸਜਾ ਦਿੱਤੇ ਜਾਂਦੇ ਹਨ। ਬਾਕੀ ਗੁਰਧਾਮਾਂ ਤੇ ਪ੍ਰਥਾ ਕੁਝ ਇਸ ਪ੍ਰਕਾਰ ਦੀ ਹੈ ਕਿ ਉੱਥੇ ਪਹਿਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਦੀ ਹਾਜ਼ਰੀ ਵਿੱਚ ਹੀ ਕੀਰਤਨ ਆਰੰਭ ਹੁੰਦਾ ਹੈ। ਮੁੱਖ ਵਾਕ ਲੈਣ ਉਪਰੰਤ ਗੁਰੂ ਮਹਾਰਾਜ ਦੇ ਸਰੂਪ ਤੇ ਰੁਮਾਲਾ ਚੜਾ ਦਿੱਤਾ ਜਾਂਦਾ ਹੈ ਅਤੇ ਆਮ ਕਰਕੇ ਉਸ ਨੂੰ ਸਫੇਦ ਚਾਦਰਾਂ ਵਿੱਚ ਵਲੇਟਿਆ ਨਹੀਂ ਜਾਂਦਾ। ਆਮ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਤੇ ਕੀਰਤਨ ਉਪਰੰਤ ਆਨੰਦ ਸਾਹਿਬ ਦੀਆਂ 6 ਪੌੜੀਆਂ, ਪਹਿਲੀ 5 ਪੌੜੀਆਂ ਤੇ ਇੱਕ ਆਖਰੀ ਪੌੜੀ ਦਾ ਗਾਇਨ ਕਰਕੇ ਸੰਗਤਾਂ ਅਰਦਾਸੇ ਲਈ ਸੁਚੇਤ ਹੁੰਦੀਆਂ ਹਨ ਅਤੇ ਤੂੰ ਠਾਕਰ ਤੂੰ ਪੈ ਅਰਦਾਸ ਵਾਲੇ ਸ਼ਬਦ ਦਾ ਸਾਂਝਾ ਗਾਇਨ ਹੁੰਦਾ ਹੈ। ਅਰਦਾਸ ਮਗਰੋਂ ਵੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਦੀਆਂ ਪੰਕਤੀਆਂ ਪੜ੍ਹ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਗਾਇਆ ਜਾਂਦਾ ਹੈ। ਇਸ ਪਿੱਛੋਂ ਹੁਕਮਨਾਮਾ ਲਿਆ ਜਾਂਦਾ ਹੈ, ਪਰ ਦਰਬਾਰ ਸਾਹਿਬ ਵਿਖੇ ਪਹਿਲੇ ਹੁਕਮਨਾਮਾ ਲਿਆ ਜਾਂਦਾ ਹੈ। ਕੁਝ ਚਿਰ ਲਈ ਗੁਰਬਾਣੀ ਦੇ 1-2 ਸ਼ਬਦ ਹੋਰ ਗਾਇਨ ਕਰਨ ਉਪਰੰਤ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨ ਉਪਰੰਤ ਅਰਦਾਸਾ ਆਰੰਭ ਕੀਤਾ ਜਾਂਦਾ ਹੈ। ਇੱਥੇ ਅਰਦਾਸ ਤੋਂ ਪਹਿਲਾਂ ਤੇ ਪਿੱਛੇ ਖੜੋ ਕੇ ਕੋਈ ਉਸਤਤੀ ਸ਼ਬਦ ਆਦਿ ਨਹੀਂ ਗਾਇਆ ਜਾਂਦਾ ਤੇ ਨਾ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਹੀ ਲਗਾਇਆ ਜਾਂਦਾ ਹੈ। ਇਹ ਪ੍ਰਥਾ ਆਮ ਗੁਰਧਾਮਾਂ ਤੋਂ ਕੁਝ ਹਟਵੀਂ ਹੈ, ਪਰ ਕਮਾਲ ਦੀ ਗੱਲ ਇਹ ਵੀ ਹੈ ਕਿ ਸਵੇਰੇ 7 ਵਜੇ ਦੇ ਕਰੀਬ ਜਦ ਦਰਬਾਰ ਸਾਹਿਬ ਵਿਖੇ ਦੂਜੀ ਵਾਰੀ ਉਹੀ ਹੁਕਮਨਾਮਾ ਲਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਆਮ ਗੁਰਧਾਮਾਂ ਵਾਲੀ ਪ੍ਰਚਲਿਤ ਮਰਿਆਦਾ ਅਨੁਸਾਰ ਪਹਿਲੇ ਅਰਦਾਸਾ ਕੀਤਾ ਜਾਂਦਾ ਹੈ ਤੇ ਉਸ ਤੋਂ ਮਗਰੋਂ ਹੀ ਹੁਕਮਨਾਮਾ ਲਿਆ ਜਾਂਦਾ ਹੈ। ਪਰ ਅਰਦਾਸ ਤੋਂ ਪਹਿਲੇ ਅਤੇ ਮਗਰੋਂ ਉਸਤਤੀ ਦੇ ਸ਼ਬਦ ਫਿਰ ਵੀ ਨਹੀਂ ਪੜ੍ਹੇ ਜਾਂਦੇ। ਦਰਬਾਰ ਸਾਹਿਬ ਵਿਖੇ ਕਿਸੇ ਵੀ ਸੂਰਤ ਵਿੱਚ ਕੋਈ ਵਿਖਿਆਨ, ਲੈਕਚਰ ਜਾਂ ਭਾਸ਼ਣ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਹੁਕਮਨਾਮੇ ਦੀ ਵਿਆਖਿਆ ਵੀ ਕਿਤੇ ਨਹੀਂ ਕੀਤੀ ਜਾਂਦੀ। ਕਈ ਸਦੀਆਂ ਤੋਂ ਬਦਸਤੂਰ ਉਕਤ ਮਰਿਆਦਾ ਨੂੰ ਅਪਣਾਇਆ ਜਾ ਰਿਹਾ ਹੈ, ਪਰ ਬਾਕੀ ਗੁਰਧਾਮਾਂ ਤੇ ਧਾਰਮਿਕ ਤੇ ਰਾਜਨੀਤਿਕ ਗਤੀਵਿਧੀਆਂ ਇਕੱਠੀਆਂ ਤੋਰੀਆਂ ਜਾਪਦੀਆਂ ਹਨ। ਜਿਵੇਂ ਕਿ ਆਮ ਗੁਰਦੁਆਰਿਆਂ ਵਿੱਚ ਸਾਨੂੰ ਜਿੱਥੇ ਗੁਰਬਾਣੀ ਦਾ ਕੀਰਤਨ, ਕਥਾ ਔਰ ਲੈਕਚਰ ਮਿਲਦੇ ਹਨ, ਉੱਥੇ ਰਾਜਨੀਤਿਕ ਗੱਲਾਂ ਵੀ ਜਿਹੜੀਆਂ ਹਨ ਉਹ ਜਿਹੜੇ ਸੈਂਟਰਲ ਦੀਵਾਨ ਹਨ ਜਾਂ ਗੁਰਦੁਆਰਿਆਂ ਦੇ ਵਿੱਚ ਪੋਲੀਟੀਕਲ ਲੀਡਰ, ਰਾਜਨੀਤਿਕ ਲੀਡਰ ਆ ਕੇ ਆਪਣੀਆਂ ਗੱਲਾਂ ਕਰਦੇ ਹਨ। ਦਰਬਾਰ ਸਾਹਿਬ ਹਰ ਪ੍ਰਕਾਰ ਦੀ ਰਾਜਨੀਤੀ ਤੋਂ ਉੱਪਰ ਤੇ ਪਾਕ ਹੈ।
ਇੱਥੇ ਕੇਵਲ ਤੇ ਕੇਵਲ ਪਰਮਾਤਮਾ ਦੇ ਸੋਹਲੇ ਹੀ ਗਾਏ ਜਾਂਦੇ ਹਨ। ਦੁਨੀਆ ਵਿੱਚ ਕੁਝ ਵੀ ਚੰਗਾ ਮਾੜਾ ਕਿਉਂ ਨਾ ਵਾਪਰਿਆ ਹੋਵੇ, ਦਰਬਾਰ ਸਾਹਿਬ ਦੀ ਮਰਿਆਦਾ ਤੇ ਨਿਦਾ ਪ੍ਰਤੀ ਦੇ ਕਰਮ ਤੇ ਉਸ ਦਾ ਕੋਈ ਅਸਰ ਨਹੀਂ ਹੁੰਦਾ। ਕੌਮ ਦੁੱਖ ਵਿੱਚ ਹੋਵੇ ਜਾਂ ਸੁੱਖ ਵਿੱਚ, ਦਰਬਾਰ ਸਾਹਿਬ ਦੀ ਕਿਰਿਆ ਵਿੱਚ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਹਾਂ, ਨੀਲਾ ਤਾਰਾ ਸਾਕਾ 1984 ਦਾ ਆਪਰੇਸ਼ਨ ਬਲੂ ਸਟਾਰ ਅਤੇ ਬਲੈਕ ਥੰਡਰ ਆਪਰੇਸ਼ਨਾਂ ਦੇ ਕੁਝ ਦੁਖਦਾਈ ਦਿਨਾਂ ਤੋਂ ਇਲਾਵਾ ਇਸ ਅਸਥਾਨ ਤੇ ਸਾਰੀ ਮਰਿਆਦਾ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਪੂਰੇ ਸਤਿਕਾਰ ਤੇ ਸ਼ਰਧਾ ਨਾਲ ਕਾਫੀ ਲੰਮੇ ਅਰਸੇ ਤੋਂ ਨਿਰਵਿਘਨ ਨਿਭਾਈ ਜਾ ਰਹੀ ਹੈ। ਸਰਦੀ, ਗਰਮੀ, ਬਾਰਿਸ਼, ਹਨੇਰੀ, ਝੱਖੜ ਤੇ ਵਾਵਰੋਲਿਆਂ ਦੇ ਪ੍ਰਭਾਵਾਂ ਤੋਂ ਇਹ ਮਰਿਆਦਾ ਅਭਿੱਜ ਹੈ। ਹਰ ਕਾਰਜ ਨਿਸ਼ਚਿਤ ਸਮੇਂ ਤੇ ਹੀ ਹੋਣਾ ਹੈ ਅਤੇ ਉਸ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਕਿਸਮ ਦੀ ਮਰਿਆਦਾ ਤੇ ਪੂਰੀ ਤਨਦੇਹੀ ਨਾਲ ਅਮਲ ਕਰਨਾ ਦਰਬਾਰ ਸਾਹਿਬ ਦੇ ਹੀ ਹਿੱਸੇ ਆਇਆ ਹੈ। ਸੰਗਤ ਵੀ ਦਰਬਾਰ ਸਾਹਿਬ ਵੀ ਜਾ ਕੇ ਕੇਵਲ ਇੱਕ ਸਰੋਤਾ ਬਣ ਜਾਂਦੀ ਹੈ, ਜਿਸ ਦੀ ਰਸਨਾ ਬੇਆਵਾਜ਼ ਹੋ ਜਾਂਦੀ ਹੈ ਤੇ ਕੰਨ ਸ਼ੁਭ ਬਾਣੀ ਸਰਵਣ ਹਿਤ ਸੁਚੇਤ ਹੋ ਜਾਂਦੇ ਹਨ। ਕੀਰਤਨ ਦਾ ਆਨੰਦ ਮਾਣਦੀ ਇਹ ਸੁਹਿਰਦ ਸੰਗਤ ਦਰਬਾਰ ਸਾਹਿਬ ਦੀਆਂ ਸਦੀਵੀ ਖੂਬੀਆਂ ਦਾ ਇੱਕ ਅਨਿਖੜਵਾਂ ਅੰਗ ਬਣ ਸ਼ਰਧਾ, ਸਤਿਕਾਰ ਤੇ ਪਿਆਰ ਦੇ ਵਾਤਾਵਰਣ ਵਿੱਚ ਆਪਣੇ ਆਪਣੇ ਹਿਰਦਿਆਂ ਵਿੱਚ ਵਾਹਿਗੁਰੂ ਵਾਹਿਗੁਰੂ ਦੇ ਸ਼ਬਦਾਂ ਨੂੰ ਸੁੱਚੇ ਮੋਤੀਆਂ ਦੀਆਂ ਮਾਲਾ ਵਿੱਚ ਪਰੋਂਦੀ ਹੋਈ ਦਰਬਾਰ ਸਾਹਿਬ ਦੇ ਨੂਰਾਨੀ ਹੁਸਨ ਨੂੰ ਹੋਰ ਸ਼ੋਭਨੀਕ ਬਣਾਉਣ ਵਿੱਚ ਪੇਸ਼ ਰਹਿੰਦੀ ਹੈ। ਸੱਚੀ ਭਾਵਨਾ ਤੇ ਸੱਚੀ ਲਗਨ ਨਾਲ ਇਹ ਅਮਲ ਚੱਲ ਰਿਹਾ ਹੈ ਤੇ ਗੁਰੂ ਦੀ ਕਿਰਪਾ ਸਦਕਾ ਚੱਲਦਾ ਹੀ ਰਹੇਗਾ, ਐਸਾ ਸਿੱਖ ਸੰਗਤਾਂ ਦਾ ਵਿਸ਼ਵਾਸ। ਆਮ ਗੁਰਧਾਮਾਂ ਵਿੱਚ ਕੋਈ ਵੀ ਸ਼ਰਧਾਲੂ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬੈਠ ਸਕਦਾ ਹੈ, ਹੁਕਮਨਾਮਾ ਵੀ ਲੈ ਸਕਦਾ ਹੈ, ਪਰ ਦਰਬਾਰ ਸਾਹਿਬ ਵਿੱਚ ਕੇਵਲ ਨਿਸ਼ਚਿਤ ਗ੍ਰੰਥੀ ਹੀ ਇਹ ਸੇਵਾ ਨਿਭਾ ਸਕਦੇ ਹਨ। ਹੋਰ ਕੋਈ ਤਾਬਿਆ ਵਿੱਚ ਨਹੀਂ ਬੈਠ ਸਕਦਾ, ਚੌੜ ਦੀ ਸੇਵਾ ਵੀ ਨਹੀਂ ਕਰ ਸਕਦਾ। ਦਰਬਾਰ ਸਾਹਿਬ ਦੀ ਬੰਤਰ ਤੇ ਦਿੱਖ ਆਮ ਮੰਦਰਾਂ ਤੇ ਧਾਰਮਿਕ ਸਥਾਨਾਂ ਤੋਂ ਬਿਲਕੁਲ ਨਿਆਰੀ ਹੈ। ਜੇ ਮੀਰੀ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਉੱਚੇ ਸਥਾਨ ਤੇ ਸਥਿਤ ਹੈ ਤਾਂ ਪੀਰੀ, ਹਲੀਮੀ ਤੇ ਨਿਮਰਤਾ ਦਾ ਸਰਚਸ਼ਮਾ, ਨਿਮਰਤਾ ਦੀ ਮੂਰਤ ਦਰਬਾਰ ਸਾਹਿਬ ਨੀਵੀਂ ਥਾਂ ਤੇ ਸੁਸ਼ੋਭਤ ਹੈ। ਜੇ ਅਕਾਲ ਤਖਤ ਪਰ ਸ਼ਕਤੀ ਪ੍ਰਚੰਡ ਕਰਦਾ ਹੈ ਤਾਂ ਦਰਬਾਰ ਸਾਹਿਬ ਵਿੱਚ ਲੱਗੀ ਇੱਕ ਇੱਕ ਇੱਟ, ਸੰਗਮਰਮਰ ਦੀ ਹਰ ਇੱਕ ਸਲੈਬ, ਸੋਨੇ ਵਿੱਚ ਮੜਿਆ ਪ੍ਰਤੀ ਇੱਕ ਪੱਤਰੀ ਇੱਕ ਪੱਤਰਾ ਤੇ ਪੂੜਾ ਗੁਰਬਾਣੀ ਦੇ ਅਰਥਾਂ ਦੀ ਤਰਜਮਾਨੀ ਕਰਦਾ ਹੈ। ਸੋਨੇ ਵਿੱਚ ਮੜਿਆ ਪ੍ਰਤੀ ਇੱਕ ਪੱਤਰਾ ਤੇ ਪੂੜਾ ਗੁਰਬਾਣੀ ਦੇ ਅਰਥਾਂ ਦੀ ਤਰਜਮਾਨੀ ਕਰਦਾ ਹੈ। ਹਰਿਮੰਦਰ ਸਾਹਿਬ ਦੀ ਮਰਿਆਦਾ ਦੇ ਖੁੱਲ੍ਹੇਪਨ ਦਾ ਇੱਕ ਪ੍ਰਤਾਪੀ ਗੁਣ ਇਹ ਵੀ ਹੈ ਕਿ ਇਸ ਦੇ ਚਾਰੇ ਪਾਸੇ ਲੱਗੇ ਦਰਵਾਜ਼ਿਆਂ ਦੇ ਬਾਹਰ ਜੰਦਰੇ ਕੁੰਡੇ ਲੱਗਣ ਦੀ ਵੀ ਕੋਈ ਵਿਵਸਥਾ ਨਹੀਂ। ਇਸ ਲਈ ਇਹ ਦਰਬਾਰ ਬੰਦ ਹੋ ਹੀ ਨਹੀਂ ਸਕਦਾ। ਇਹ ਹਰ ਵਕਤ ਖੁੱਲਾ ਰਹਿੰਦਾ ਹੈ, ਕਿਉਂਕਿ ਕਰਤਾ ਇਸ ਅੰਦਰ ਸ਼ਬਦ ਰੂਪ ਗੁਰੂ ਵਜੋਂ ਹਰ ਸਮੇਂ ਬਿਰਾਜਮਾਨ ਹੈ। ਇਸ ਹਰ ਕਿਸੇ ਲਈ ਖੁੱਲਾ ਹੈ ਇਹ ਦਰਬਾਰ। ਇਹ ਵੀ ਇਸ ਦੀ ਇੱਕ ਗੌਰਵਮਈ ਵਿਲੱਖਣਤਾ ਹੈ। ਦਰਬਾਰ ਸਾਹਿਬ ਦਾ ਸਰੂਪ ਮਾਨੋ ਤਿੰਨਾਂ ਲੋਕਾਂ ਵਿੱਚ ਪਸਰਿਆ ਹੋਇਆ ਹੈ। ਇਸ ਦੀਆਂ ਨੀਹਾਂ ਜਲ ਵਿੱਚ ਹਨ, ਪ੍ਰਕਾਸ਼ ਧਰਤੀ ਤੇ ਹੈ ਅਤੇ ਦਰਸ਼ਨ ਆਕਾਸ਼ ਵਿੱਚੋਂ ਚਮਕਦੇ ਹਨ। ਜੇ ਗਗਨਾਂ ਵਿੱਚ ਇਸ ਦੀ ਸੁਨਹਿਰੀ ਸ਼ਾਨ ਤੇਜਮਾਨ ਹੈ ਤਾਂ ਧਰਤੀ ਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਸਫੇਦ ਪਾਕੀਜ਼ਾ ਰੰਗ ਹਰ ਕਿਸੇ ਨੂੰ ਸੁਖਾਵਾਂ ਹੁਲਾਰਾ ਬਖਸ਼ਦਾ ਹੈ। ਅਤੇ ਜਲ ਵਿੱਚ ਸਦਾ ਡੁੱਬਿਆ ਭਾਗ ਜਾਨ ਭੂਲ ਕੇ ਗੁਮਨਾਮ ਰਹਿ ਕੇ ਨਿਸ਼ਕਾਮੀ ਸੇਵਾ ਦੀ ਅਮਲੀ ਗਵਾਹੀ ਭਰਦਾ ਹੈ। ਕਮਾਲ ਹੈ ਦਰਬਾਰ ਸਾਹਿਬ ਦੀ ਸਿਰਜਣਾ। ਸਦਕੇ ਜਾਈਏ ਇਸ ਦੀ ਅਤੀ ਵਿਲੱਖਣ ਮਰਿਆਦਾ ਤੇ ਮਨਮੋਹਣੀ ਸਿਰਜਣਾ ਵਿਉਂਤ ਤੇ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸਿਰਜਣਾ ਕੀਤੀ। ਇਤਨੇ ਮਹਾਨ ਦਰਬਾਰ ਸਾਹਿਬ ਨੂੰ ਪੂਰੀ ਆਬੋ-ਤਾਬ ਵਿੱਚ ਬਣਾਈ ਰੱਖਣ ਲਈ ਉੱਥੇ 에ਅਰ ਕੰਟਰੋਲ ਮੋਨੀਟਰਿੰਗ ਸਟੇਸ਼ਨ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਕਿ ਪ੍ਰਦੂਸ਼ਣ ਰੁਕ ਸਕੇ, ਜੋ ਇਸ ਦੀ ਮਨਮੋਹਕ ਦਿੱਖ ਨੂੰ ਧੁਆਂਕ ਰਿਹਾ ਹੈ। ਪ੍ਰਦੂਸ਼ਣ ਦੀ ਰੋਕਥਾਮ ਲਈ ਗਲਿਆਰੇ ਦੇ ਆਸ-ਪਾਸ ਸਥਿਤ ਹੋਟਲ ਵੀ ਜਿਹੜੇ ਹਨ ਉਹ ਸ਼ਿਫਟ ਕੀਤੇ ਜਾ ਰਹੇ ਹਨ। ਬੈਟਰੀ ਨਾਲ ਚੱਲਣ ਵਾਲੇ ਬਿਜਲਈ ਵਾਹਨਾਂ ਦੀ ਵਰਤੋਂ ਆਰੰਭ ਹੋ ਗਈ ਹੈ।
ਅੱਗੇ ਤੋਂ 2 ਕਿਲੋਮੀਟਰ ਦੇ ਘੇਰੇ ਵਿੱਚ ਨਵੇਂ ਉਦਯੋਗ ਨਹੀਂ ਲੱਗ ਸਕਣਗੇ ਅਤੇ 27 ਕਰੋੜ ਰੁਪਏ ਦੀ ਲਾਗਤ ਨਾਲ ਹਾਈ ਟੈਕ ਲੰਗਰ ਹਾਲ ਵੀ ਉਸਾਰਿਆ ਜਾ ਰਿਹਾ ਹੈ ਤਾਂ ਕਿ ਦਰਬਾਰ ਸਾਹਿਬ ਦੀ ਲਿਸ਼ਕ ਧੂਏ ਆਦਿ ਨਾਲ ਮੈਲੀ ਨਾ ਹੋਵੇ, ਮੱਧਮ ਨਾ ਹੋਵੇ। ਆਓ ਹਰਿਮੰਦਰ ਸਾਹਿਬ ਵਿੱਚ ਕੀਤੀ ਅਰਦਾਸ ਇੱਕ ਅਧਿਆਤਮਕ ਕ੍ਰਿਸ਼ਮਾ ਜਿਹੜਾ ਹੈ ਉਹ ਵੀ ਆਪ ਜੀ ਦੇ ਨਾਲ ਸਾਂਝਾ ਕਰੀਏ। ਪਿਛਲੀ ਸਦੀ ਦੇ ਪਹਿਲੇ ਦਹਾਕਿਆਂ ਦੀ ਗੱਲ ਹੈ ਕਿ ਗਰਮੀਆਂ ਦਾ ਮੌਸਮ ਪੂਰੇ ਜੋਬਨ ਤੇ ਸੀ। ਹਾੜ ਦਾ ਸਾਰਾ ਮਹੀਨਾ ਇਤਨਾ ਤਪਦਾ ਰਿਹਾ ਕਿ ਧੁੱਪ ਦੇਖ ਕੇ ਕਾਂ ਦੀ ਅੱਖ ਨਿਕਲਦੀ ਸੀ। ਸਾਵਨ ਵੀ ਲੰਘ ਗਿਆ ਪਰ ਵਰਖਾ ਪਾਉਣ ਦੀ ਜਿਹੜੀ ਹੈ ਕੋਈ ਵੀ ਉਮੀਦ ਜਿਹੜੀ ਹੈ ਉਹ ਨਜ਼ਰ ਨਹੀਂ ਆਈ। ਲੋਕੀ ਸਖਤ ਗਰਮੀ ਅਤੇ ਪਾਣੀ ਦੀ ਭਾਰੀ ਕਿੱਲਤ ਤੋਂ ਦੁਖੀ ਹੋਏ ਅਤੇ ਅਤਿਅੰਤ ਪਰੇਸ਼ਾਨ ਸਨ, ਪਰ ਬਾਰਿਸ਼ ਨਹੀਂ ਸੀ ਹੋ ਰਹੀ। ਸੋਕੇ ਦਾ ਪ੍ਰਭਾਵ ਵੱਧਦਾ ਜਾ ਰਿਹਾ ਸੀ, ਜਿਸ ਤੋਂ ਹਰ ਕਿਸੇ ਨੇ ਡੂੰਘੀ ਚਿੰਤਾ ਹੋਣੀ ਸੁਭਾਵਕ ਸੀ, ਕਿਉਂਕਿ ਹਰ ਪ੍ਰਕਾਰ ਦੇ ਜੀਵਨ ਦਾ ਨਿਰਵਾਹ ਬਾਰਿਸ਼ੀ ਪਾਣੀ ਨਾਲ ਹੀ ਬੱਝਿਆ ਪਿਆ ਹੈ। ਬਾਰਿਸ਼ ਦੀ ਆਸ ਵਿੱਚ ਅੱਧਾ ਭਾਦੋਂ ਵੀ ਬੀਤ ਗਿਆ। ਪੰਜਾਬ ਵਾਸੀਆਂ ਨੂੰ ਆਪਣੀ ਕਿਰਸਾਨੀ ਦਾ ਭਵਿੱਖ ਵੀ ਕਾਲਾ ਸਿਆਹ ਦਿਸਣ ਲੱਗ ਪਿਆ। ਅਜਿਹੀ ਸਥਿਤੀ ਦੇ ਮੰਦਹਾਲੀ ਦੀ ਹਾਲਤ ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਦੇ ਮਨ ਵਿੱਚ ਆਇਆ ਕਿ ਦਰਬਾਰ ਸਾਹਿਬ ਵਿੱਚ ਚੱਲ ਕੇ ਸੰਗਤ ਰੂਪ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਮੀਂਹ ਦੀ ਮਿਹਰ ਕਰੋ ਤਾਂ ਕਿ ਲੋਕਾਈ ਬਚ ਸਕੇ। ਕਾਫੀ ਸੰਗਤ ਦਰਬਾਰ ਸਾਹਿਬ ਆ ਗਈ। ਉਸ ਸਮੇਂ ਰਾਗੀ ਭਾਈ ਸਾਈਂ ਦਿੱਤਾ ਜੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਚੌਂਕੀ ਭਰਨ ਜਾ ਰਹੇ ਸਨ। ਆਪ ਕੀਰਤਨ ਕਰਨ ਜਾ ਰਹੇ ਸਨ। ਸੰਗਤਾਂ ਨੇ ਹਿੰਮਤ ਕਰਕੇ ਉਹਨਾਂ ਨੂੰ ਦਰਸ਼ਨੀ ਡਿਊਟੀ ਤੋਂ ਲੰਘਦੇ ਸਾਰ ਹੀ ਪੁਲ ਤੇ ਰੋਕ ਲਿਆ ਅਤੇ ਬੇਨਤੀ ਕੀਤੀ ਕਿ ਉਹ ਅਕਾਲ ਪੁਰਖ ਅੱਗੇ ਕੀਰਤਨ ਰੂਪ ਵਿੱਚ ਅਰਜ਼ੋਈ ਕਰਨ ਕਿ ਮਨੁੱਖ ਜਾਤੀ ਦੇ ਗੁਣ ਔਗੁਣ ਚਿਤਾਰੇ ਬਿਨਾ ਬਾਰਿਸ਼ ਦੀ ਮਿਹਰ ਕਰਕੇ ਸਭ ਨੂੰ ਨਿਹਾਲ ਕਰ ਦੇ। ਧੁੱਪ ਚੜੀ ਹੋਈ ਸੀ, ਗਰਮੀ ਬਹੁਤ ਸੀ ਤੇ ਅਸਮਾਨ ਬਿਲਕੁਲ ਸਾਫ਼ ਸੀ। ਭਾਈ ਸਾਈਂ ਦਿੱਤਾ ਜੀ ਨੇ ਸੰਗਤਾਂ ਦੀ ਵੇਦਨਾ ਸੁਣੀ ਤੇ ਹੱਥ ਜੋੜ ਕੇ ਕਹਿਣ ਲੱਗੇ, ਮੈਂ ਤਾਂ ਗੁਰੂ ਘਰ ਦਾ ਕੂਕਰ ਹਾਂ, ਪਰ ਸੰਗਤ ਬਹੁਤ ਮਹਾਨ ਹੈ, ਸਰਬ ਸਮਰੱਥ ਹੈ। ਇਸ ਲਈ ਆਓ ਆਪਾਂ ਸਾਰੇ ਕੀਰਤਨ ਨਾਲ ਜੁੜੀਏ ਤੇ ਕੀਰਤਨ ਰੂਪ ਵਿੱਚ ਮਾਲਕ ਸੁਆਮੀ ਨੂੰ ਇਲਾਹੀ ਬਾਣੀ ਦੇ ਸ਼ਬਦਾਂ ਦੁਆਰਾ ਅਰਜ਼ੋਈ ਕਰਦੇ ਹਾਂ। ਵਾਹਿਗੁਰੂ ਜ਼ਰੂਰ ਮਿਹਰ ਕਰਨਗੇ। ਸਾਰੀ ਸੰਗਤਾਂ ਉਹਨਾਂ ਨਾਲ ਦਰਬਾਰ ਸਾਹਿਬ ਵਿੱਚ ਚਲੀ ਗਈ ਤੇ ਸ਼ਰਧਾ ਨਾਲ ਮੱਥਾ ਟੇਕ ਕੇ ਕੀਰਤਨ ਸੁਣਨ ਲਈ ਬੈਠ ਗਏ। ਭਾਈ ਸਾਈਂ ਦਿੱਤਾ ਜੀ ਨੇ ਵਾਜੇ ਦੇ ਸਿਰ ਸੁੱਟ ਕੇ ਪਤਾ ਨਹੀਂ ਕਿਤਨੇ ਮਿੰਟ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਤੇ ਫਿਰ ਅੱਖਾਂ ਮੂੰਦ ਕੇ ਕੀਰਤਨ ਕਰਨ ਵਿੱਚ ਜੁੜ ਗਏ। ਕੀਰਤਨ ਦੀ ਮੁੱਖ ਮੁਦਰਾ ਬੇਨਤੀ ਅਤੇ ਅਰਜ਼ੋਈ ਹੀ ਰਹੀ। ਭਾਈ ਸਾਈਂ ਦਿੱਤਾ ਜੀ, ਉਹਨਾਂ ਦੇ ਸੁਪੁੱਤਰ ਭਾਈ ਦੇਸਾ ਜੀ ਅਤੇ ਭਾਈ ਸੰਤਾ ਜੀ ਵੀ ਪੂਰੇ ਵਜਦ ਵਿੱਚ ਆ ਕੇ ਆਪਣੇ ਪਿਤਾ ਜੀ ਨਾਲ ਉੱਚੀ ਉੱਚੀ ਕੀਰਤਨ ਕਰ ਰਹੇ ਸਨ। ਉਹਨਾਂ ਦੇ ਸਰੀਰ ਪਸੀਨੇ ਨਾਲ ਗਚੋ ਗਚ ਹੋ ਗਏ, ਪਰ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਮਗਰਾ ਤੀਜਾ ਬੇਨਤੀ ਦਾ ਸ਼ਬਦ ਲਗਾ ਕੇ ਅਕਾਲ ਪੁਰਖ ਦੀ ਆਰਾਧਨਾ ਵਿੱਚ ਜੁਟੇ ਰਹੇ। ਉਹਨਾਂ ਨੂੰ ਭੁੱਲ ਗਿਆ ਕਿ ਉਹਨਾਂ ਨੇ ਕਿਤਨੀ ਦੇਰ ਤੱਕ ਕੀਰਤਨ ਕਰਨਾ ਹੈ। ਬਸ ਉਹਨਾਂ ਦੀ ਤਾਂ ਕੀਰਤਨ ਦੁਆਰਾ ਆਪਣੇ ਸੁਆਮੀ ਨੂੰ ਰਜਾਉਣ ਦੀ ਲਿਵ ਲੱਗੀ ਹੋਈ ਸੀ। ਸੰਗਤ ਵੀ ਨੇਤਰ ਮੂੰਦ ਕੇ ਕੀਰਤਨ ਵਿੱਚ ਗੁੜੁੰਦ ਹੋ ਗਈ। ਕੁਝ ਸਮੇਂ ਮਗਰੋਂ ਇੱਕ ਸੱਜਣੋਂ ਬਾਹਰੋਂ ਆਇਆ ਤੇ ਉਸਨੇ ਸੰਗਤ ਵਿੱਚੋਂ ਕਿਸੇ ਦੇ ਇੱਕ ਦੇ ਕੰਨ ਵਿੱਚ ਹੌਲੀ ਜਿਹੀ ਕਿਹਾ ਕਿ ਬਾਹਰ ਅਸਮਾਨ ਵਿੱਚ ਕੁਝ ਬੱਦਲ ਦਿਖਾਈ ਦੇਣ ਲੱਗ ਪਏ। ਕੀਰਤਨ ਜਾਰੀ ਰਿਹਾ। ਕੁਝ ਸਮਾਂ ਹੋਰ ਬੀਤਣ ਮਗਰੋਂ ਬੱਦਲ ਸੰਘਣੇ ਹੋ ਗਏ ਤੇ ਬੱਦਲਾਂ ਨੇ ਸਭ ਪਾਸੇ ਛਾਂ ਜਿਹੀ ਕਰ ਦਿੱਤੀ। ਸੰਗਤ ਇਹ ਦੇਖ ਕੇ ਵਿਸਮਾਦ ਵਿੱਚ ਆ ਗਈ ਤੇ ਕੀਰਤਨੀਏ ਸਿੰਘ ਕੀਰਤਨ ਕਰਨ ਵਿੱਚ ਲੀਨ ਰਹੇ। ਹੋਰ ਥੋੜੀ ਦੇਰ ਬੀਤਣ ਤੇ ਮੀਂਹ ਪੈਣਾ ਆਰੰਭ ਹੋ ਗਿਆ ਤੇ ਪਲਾਂ ਪਲਾਂ ਵਿੱਚ ਠੰਡੀ ਠੰਡੀ ਹਵਾ ਦਰਬਾਰ ਸਾਹਿਬ ਵਿੱਚ ਦਾਖਲ ਹੋ ਕੇ ਕੀਰਤਨ ਦੁਆਰਾ ਬੇਨਤੀ ਵੀ ਜੁਟੀ ਹੋਈ ਸੰਗਤ ਨੂੰ ਖੇੜੇ ਭਰਿਆ ਸੁਨੇਹਾ ਦੇ ਗਈ। ਫਿਰ ਕਿਸੇ ਸਭ ਪਾਸੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਮਈ ਬੋਲ ਸੁਣੇ ਜਾਣ ਲੱਗ ਪਏ। ਬੜੀ ਬਾਰਿਸ਼ ਹੋਈ, ਜਲ ਥਲ ਹੋ ਗਿਆ। ਸੋਕਾ ਤੇ ਗਰਮੀ ਖੰਭ ਲਾ ਕੇ ਉੱਡ ਗਏ। ਸਭ ਪਾਸੇ ਖੁਸ਼ੀ ਦਾ ਮਾਹੌਲ ਪਸਰ ਗਿਆ। ਸੰਗਤਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਅਤੇ ਹਰਿਮੰਦਰ ਸਾਹਿਬ ਪ੍ਰਤੀ, ਦਰਬਾਰ ਸਾਹਿਬ ਪ੍ਰਤੀ ਸਤਿਕਾਰ ਦੀ ਭਾਵਨਾ ਹੋਰ ਪ੍ਰਬਲ ਹੋ ਗਈ। ਬਿਰਥੀ ਕਦੇ ਨਾ ਹੋ ਗਈ। ਜਨ ਕੀ ਅਰਦਾਸ ਦੇ ਅਰਥ ਬਿਲਕੁਲ ਸਪਸ਼ਟ ਹੋ ਗਏ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੀ ਭਾਵਨਾ ਪ੍ਰਤੱਖ ਨਜ਼ਰ ਆ ਗਈ। ਸਿਦਕ ਨਾਲ ਕੀਤੀ ਕੀਰਤਨੀਆਂ ਦੀ ਬੇਨਤੀ ਫਲੀਭੂਤ ਹੋਈ। ਨਿਸ਼ਚੇਵਾਨਾਂ ਦਾ ਨਿਸ਼ਚਾ ਹੋਰ ਪ੍ਰਪੱਕ ਹੋਇਆ।
ਕੱਚੇ ਪਿੱਲੇ ਵੀ ਪ੍ਰਭੂ ਪ੍ਰੇਮ ਨਾਲ ਭਰ ਗਏ। ਹਰ ਕਿਸੇ ਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਦਰਬਾਰ ਸਾਹਿਬ ਨਾਲ ਸੱਚੇ ਦਿਲੋਂ ਪਾਈ ਸਾਂਝ ਅਗੰਮੀ ਸ਼ਕਤੀ ਦੇ ਰਾਹ ਦਰਸਾਉਂਦੀ ਹੈ ਅਤੇ ਨਵੀਂ ਲਗਨ ਤੇ ਭਰਪੂਰ ਆਪਣਤ ਤੇ ਦਰ ਜਿਹੜੇ ਹਨ ਉਹ ਮੋਕਲੇ ਹੁੰਦੇ ਹਨ। ਰੂਹਾਨੀ ਸੱਚ ਨਾਲ ਪ੍ਰੀਤ ਪੈਂਦੀ ਹੈ ਅਤੇ ਮਨੁੱਖ ਵਿੱਚ ਉਹ ਸਾਰੀਆਂ ਸ਼ਕਤੀਆਂ ਦਾ ਅਸਰ ਮਹਿਸੂਸ ਹੋਣ ਲੱਗ ਪੈਂਦਾ ਹੈ ਜੋ ਇਸ ਵਡਭਾਗੇ ਰੱਖੀ ਸਥਾਨ ਵਿੱਚ ਮੌਜੂਦ ਹਨ। ਅਸਲੀਅਤ ਤਾਂ ਇਹ ਹੈ ਕਿ ਦਰਬਾਰ ਸਾਹਿਬ ਮਨੁੱਖੀ ਸਮਾਜ ਲਈ ਕਾਮਤੇਨ ਗਊ ਦਾ ਰੂਪ ਧਾਰਨ ਕਰ ਸਕਦਾ ਹੈ, ਕਲਪ ਬ੍ਰਿਸ਼ ਦਾ ਰੂਪ ਧਾਰਨ ਕਰ ਸਕਦਾ ਹੈ, ਜੋ ਕਿ ਮਨੋਕਾਮਨਾ ਪੂਰਨ ਕਰਨ ਵਾਲੀਆਂ ਮਨੋਕਲਪ ਚੀਜ਼ਾਂ ਹਨ। ਲੇਕਿਨ ਦਰਬਾਰ ਸਾਹਿਬ ਦੇ ਇਹ ਸਾਰੀਆਂ ਜਿਹੜੀਆਂ ਹਨ ਫਲੀਭੂਤ ਹੁੰਦੀਆਂ ਨਜ਼ਰ ਆਉਂਦੀਆਂ ਹਨ। ਇਸ ਦਰ ਤੇ ਨਿਸ਼ਚੇ ਨਾਲ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਜੇ ਤੇ ਮੁਰਾਦਾਂ ਬਰ ਆਵੰਦੀਆਂ ਹਨ। ਹਰ ਕਿਸੇ ਦੀਆਂ ਝੋਲੀਆਂ ਖੈਰਾਂ ਨਾਲ ਭਰ ਜਾਂਦੀਆਂ ਹਨ। ਇੱਕ ਅਗੰਮੀ ਖੇਡ ਅਕਾਲ ਪੁਰਖ ਵੱਲੋਂ ਹਰ ਸਮੇਂ ਇੱਥੇ ਖੇਡੀ ਜਾ ਰਹੀ ਹੈ, ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜੇ ਦਰਬਾਰ ਸਾਹਿਬ ਤੋਂ ਮਿਲਦੇ ਵਰਦਾਨਾਂ ਦਾ ਕੁਝ ਵਿਸਤਾਰ ਪੂਰਵਕ ਵੇਰਵਾ ਦੇਣਾ ਹੋਵੇ ਤਾਂ ਹਰ ਹਿਰਦਾ ਇਸ ਦੇ ਸਤਿਕਾਰ ਵਿੱਚ ਆਪਣੀ ਹੱਡ ਬੀਤੀ ਸੁਣਾ ਕੇ ਦੂਜਿਆਂ ਨੂੰ ਅਸਚਰਜ ਕਰ ਸਕਦਾ ਹੈ ਕਿ ਮੈਨੂੰ ਦਰਬਾਰ ਸਾਹਿਬ ਤੋਂ ਮੇਰੀ ਇਹ ਮਨੋਕਾਮਨਾ ਪੂਰੀ ਹੋਈ ਹੈ। ਦਰਬਾਰ ਸਾਹਿਬ ਵਿੱਚ ਆ ਕੇ ਨੇਕ ਤੇ ਸ਼ੁਭ ਮੁਰਾਦਾ ਮੰਗਣ ਵਾਲੇ ਨੂੰ ਦਰਬਾਰ ਸਾਹਿਬ ਨੇ ਕਦੀ ਨਿਰਾਸ਼ ਨਹੀਂ ਮੋੜਿਆ। ਇਸ ਵਿਚਲੀਆਂ ਪਵਿੱਤਰ ਗੁਰਬਾਣੀ ਤਰੰਗਾਂ ਨਾਲ ਤਾਂ ਪਾਪੀਆਂ ਦੇ ਪਾਪ ਤੱਕ ਵੀ ਧੋਤੇ ਜਾਂਦੇ ਹਨ। ਸਾਧ ਸੰਗ ਮਲਾਤੀ ਪਾਰ ਬ੍ਰਹਮ ਪੈਸਾਤੀ ਮਾੜੇ ਲੇਖ ਵੀ ਧੁਲ ਜਾਂਦੇ ਹਨ। ਇਹ ਦਰਬਾਰ ਸਾਹਿਬ ਦਾ ਬਿਰਧ ਹੈ ਜੋ ਸ਼ਰਨ ਆਵੈ ਤਿਸਕੰਠ ਲਾਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 544। 2014 ਵਿੱਚ ਪੰਜਾਬ ਵਿੱਚ ਮੌਨਸੂਨ ਤਕਰੀਬਨ ਫੇਲ ਹੋ ਗਈ। ਪਾਣੀ ਦੀਆਂ ਸਮੱਸਿਆ ਪੀਣ ਤੋਂ ਲੈ ਕੇ ਝੋਨੇ ਦੀ ਫਸਲਾਂ ਨੂੰ ਬਚਾਉਣ ਲਈ ਦਰਪੇਸ਼ ਸੀ। ਸੰਗਤਾਂ ਨੇ ਅਕਾਲ ਪੁਰਖ ਅੱਗੇ ਭਰਵੀਂ ਬਾਰਿਸ਼ ਲਈ ਅਰਦਾਸਾਂ ਕੀਤੀਆਂ। ਦਰਬਾਰ ਸਾਹਿਬ ਵਿੱਚ ਕੀਰਤਨੀਆਂ ਨੇ ਵਰਖਾ ਲਈ ਬੇਨਤੀ ਸ਼ਬਦ ਪੜ੍ਹਨੇ ਸ਼ੁਰੂ ਕੀਤੇ। ਨਤੀਜਾ ਹੋਇਆ ਕਿ 4 ਸਤੰਬਰ 2014 ਨੂੰ ਸੰਗਤਾਂ ਦੀ ਅਰਦਾਸ ਦੇ ਫਲਸਰੂਪ ਜ਼ਬਰਦਸਤ ਬਾਰਿਸ਼ ਸ਼ੁਰੂ ਹੋ ਗਈ। ਦਰਬਾਰ ਸਾਹਿਬ ਵਿੱਚ ਇੱਕ ਚਮਤਕਾਰ ਵਾਪਰ ਗਿਆ। ਇਤਨੀ ਵਰਖਾ ਹੋਈ ਕਿ ਸਰੋਵਰ ਨਕੋ ਨਕ ਭਰ ਗਿਆ ਅਤੇ ਸਰੋਵਰ ਦਾ ਜਲ ਪਰਕਰਮਾ ਦੇ ਜਲ ਨਾਲ ਆ ਰਲਿਆ। ਅਜਿਹਾ ਕ੍ਰਿਸ਼ਮਾ ਦਰਬਾਰ ਸਾਹਿਬ ਵਿੱਚ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇ ਕਿ ਸਰੋਵਰ ਸਾਹਿਬ ਦਾ ਜਲ ਬਾਹਰ ਪਰਕਰਮਾ ਤੱਕ ਆ ਗਿਆ ਹੋਵੇ। ਪਿੱਛੇ ਜਿਹੜੀ ਇਹ ਬਾਰਿਸ਼ਾਂ ਹੋਈਆਂ ਹਨ ਉਹਦੇ ਤੇ ਅਸੀਂ ਵੀ ਇਹ ਨਜ਼ਾਰਾ ਦੇਖਿਆ ਹੈ ਕਿ ਸਰੋਵਰ ਦਾ ਜਲ ਜਿਹੜਾ ਹੈ ਉਹ ਬਾਹਰ ਪਰਕਰਮਾ ਤੱਕ ਵੀ ਜਿਹੜਾ ਹੈ ਉਹ ਪਹੁੰਚ ਗਿਆ ਹੈ। ਜਿਨ੍ਹਾਂ ਸੰਗਤਾਂ ਨੇ ਇਹ ਅਦਭੁਤ ਨਜ਼ਾਰਾ ਦੇਖਿਆ ਉਹਨਾਂ ਅਕਾਲ ਪੁਰਖ ਅਤੇ ਦਰਬਾਰ ਸਾਹਿਬ ਮਿਹਰਬਾਨੀਆਂ ਦਾ ਧੰਨਵਾਦ ਕੀਤਾ ਅਤੇ ਸਤਿਕਾਰ ਵਜੋਂ ਸੀਸ ਨਿਵਾਏ। ਕੀ ਸਾਡੀ ਖੁਸ਼ਕਿਸਮਤੀ ਨਹੀਂ ਕਿ ਅਸੀਂ ਇਸ ਮਹਾਨ ਸਥਾਨ ਨਾਲ ਸਰੀਰਕ, ਮਾਨਸਿਕ ਤੇ ਆਤਮਿਕ ਰੂਪ ਵਿੱਚ ਕਈ ਸਦੀਆਂ ਤੋਂ ਜੁੜੇ ਹੋਏ ਹਾਂ। ਇਹ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਇਸ ਪਵਿੱਤਰ ਸਥਾਨ ਨੂੰ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਜਿਹੜਾ ਹੈ ਬਹੁਤ ਕੁਝ ਦਿੱਤਾ ਹੈ ਤੇ ਨਿਰੰਤਰ ਦੇ ਰਿਹਾ ਹੈ। ਇਹ ਵਾਹਿਗੁਰੂ ਦਾ ਘਰ ਹੈ ਜੋ ਸਾਡੇ ਸਾਰਿਆਂ ਦਾ ਮਾਂ ਪਿਓ ਹੈ। ਮਾਪਿਆਂ ਦੇ ਘਰੋਂ ਬੱਚੇ ਦਾਈਏ ਨਾਲ ਵੀ ਲੈਂਦੇ ਹਨ, ਹੱਕ ਨਾਲ ਲੈਂਦੇ ਹਨ, ਮੰਗ ਕੇ ਵੀ ਲੈਂਦੇ ਹਨ ਤੇ ਪਿਆਰ ਨਾਲ ਵੀ ਲੈਂਦੇ ਹਨ। ਦਰਬਾਰ ਸਾਹਿਬ ਵੀ ਸਾਨੂੰ ਇਵੇਂ ਹੀ ਦਿੰਦਾ ਹੈ। ਉੱਥੇ ਜਾਣ ਨਾਲ ਸਰੀਰ ਨੂੰ ਸੁੱਖ, ਮਨ ਨੂੰ ਸ਼ਾਂਤੀ ਤੇ ਆਤਮਾ ਨੂੰ ਤ੍ਰਿਪਤੀ ਮਿਲਦੀ ਹੈ। ਇਤਨੀਆਂ ਦੁਰਲਭ ਚੀਜ਼ਾਂ ਹੋਰ ਕਿੱਥੋਂ ਮਿਲਦੀਆਂ ਹਨ। ਇਸ ਲਈ ਆਓ ਦਰਬਾਰ ਸਾਹਿਬ ਤੇ ਉਸ ਦੀ ਭਾਵਨਾ ਨਾਲ ਜੁੜੀਏ ਤੇ ਜੀਵਨ ਨੂੰ ਅਲੌਕਿਕ ਢੰਗ ਨਾਲ ਰੰਗ ਲਈਏ ਅਤੇ ਫਿਰ ਇਹ ਦਰਬਾਰ ਸਾਹਿਬ ਸਾਡੇ ਹਿਰਦਿਆਂ ਵਿੱਚ ਵਾਸ ਕਰੇਗਾ, ਸਾਨੂੰ ਹਰ ਸਮੇਂ ਅਗਵਾਈ ਬਖਸ਼ੇਗਾ। ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਬਦੇ ਖੋਜੀਏ, ਹਰ ਨਾਮੇ ਲਿਓ ਸਮਾਲ। ਇੱਥੇ ਹਰ ਮੰਦਰ ਦਾ ਭਾਵ ਹੈ ਕਿ ਪਰਮਾਤਮਾ ਦਾ ਦਰ। ਜਿੱਥੇ ਤੱਕ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਕੀਤੀ ਜਾਣ ਵਾਲੀਆਂ ਅਰਦਾਸਾਂ ਦਾ ਸੰਬੰਧ ਹੈ, ਉਹਨਾਂ ਦਾ ਸੰਖੇਪ ਵਰਣਨ ਜੋ ਹੈ ਉਹ ਥੱਲੇ ਜਿਹੜਾ ਦਿੱਤਾ ਜਾ ਰਿਹਾ ਹੈ, ਆਪ ਜੀ ਦੇ ਵਾਸਤੇ ਹਾਜ਼ਰ ਹੈ। ਪਹਿਲਾ ਹੁਕਮਨਾਮੇ ਤੋਂ ਕੁਝ ਮਿੰਟਾਂ ਮਗਰੋਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਨ ਉਪਰੰਤ ਪਹਿਲੀ ਅਰਦਾਸ ਹੁੰਦੀ ਹੈ ਅਤੇ ਦਰਬਾਰ ਸਾਹਿਬ ਅੰਦਰ ਬੈਠੀ ਸੰਗਤ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਦੂਸਰੀ ਆਸਾ ਕੀ ਵਾਰ ਦੇ ਭੋਗ ਉਪਰੰਤ ਦੂਜੀ ਅਰਦਾਸ ਹੁੰਦੀ ਹੈ ਅਤੇ ਇਸ ਸਮੇਂ ਅੰਮ੍ਰਿਤ ਵੇਲੇ ਵਾਲਾ ਹੁਕਮਨਾਮਾ ਹੀ ਪੜ੍ਹਿਆ ਜਾਂਦਾ ਹੈ।
ਪੁਰਾਣੇ ਸਮਿਆਂ ਵਿੱਚ ਹੁਕਮਨਾਮੇ ਜਾਂ ਮੁੱਖ ਵਾਕ ਨੂੰ ਆਵਾਜ਼ਾਂ ਕਿਹਾ ਜਾਂਦਾ ਸੀ। ਆਨੰਦ ਦੀ ਚੌਂਕੀ ਤੋਂ ਮਗਰੋਂ ਦੁਪਹਿਰ 12 ਵਜੇ ਤੀਜੀ ਅਰਦਾਸ ਹੁੰਦੀ ਹੈ ਅਤੇ ਇਸ ਤੋਂ ਮਗਰੋਂ ਵੀ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਉਂਝ ਦਰਬਾਰ ਸਾਹਿਬ ਦੇ ਬਾਹਰਲੇ ਨਿਕਾਸ ਦੁਆਰ ਤੇ ਹਰ ਵੇਲੇ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਦਰਬਾਰ ਸਾਹਿਬ ਵਿਖੇ ਦੁਪਹਿਰ 3 ਵਜੇ ਚੌਥੀ ਅਰਦਾਸ ਕੀਤੀ ਜਾਂਦੀ ਹੈ। ਇਹ ਚਰਨ ਕਮਲ ਦੀ ਚੌਂਕੀ ਦੀ ਅਰਦਾਸ ਅਖਵਾਉਂਦੀ ਹੈ। ਇਸ ਸਮੇਂ ਸਾਰੀ ਪਰਿਕਰਮਾ ਤੇ ਦੁਪਹਿਰੀ ਇਸ਼ਨਾਨ ਪ੍ਰਾਰੰਭ ਜਿਹੜੇ ਉਹ ਹੁੰਦੇ ਹਨ। ਆਪ ਪਰਿਕਰਮਾ ਨੂੰ ਧੋਤਿਆ ਜਾਂਦਾ ਹੈ। ਇਸ ਸਮੇਂ ਸੋਦਰ ਦੇ ਪਾਠ ਮਗਰੋਂ ਪੰਜਵੀਂ ਅਰਦਾਸ ਹੁੰਦੀ ਹੈ ਅਤੇ ਅਰਦਾਸ ਉਪਰੰਤ ਹੁਕਮਨਾਮਾ ਵੀ ਲਿਆ ਜਾਂਦਾ ਹੈ। ਤੋ ਅੱਜ ਦੀ ਵਿਚਾਰ ਜਿਹੜੀ ਹੈ ਉਹ ਇੱਥੇ ਹੀ ਇਸ ਨੂੰ ਵਿਸਰਾਮ ਦੇਵਾਂਗੇ, ਲੇਕਿਨ ਇੱਕ ਦੋ ਇਸ਼ੂ ਜਿਹੜੇ ਹਨ ਮੈਂ ਆਪ ਜੀ ਦੇ ਨਾਲ ਡਿਸਕਸ ਕਰਾਂਗਾ। ਹਾਲੇ ਕੁਝ 5-7 ਮਿੰਟ ਹੈ ਨੇ ਕਿ ਹਰਿਮੰਦਰ ਸਾਹਿਬ ਵਿਖੇ ਆਰਤੀ ਦੇ ਸ਼ਬਦਾਂ ਦੇ ਗਾਇਨ ਸੰਖੇਪ ਵਿਰਾਮ ਦੇ ਕੇ ਸੰਖੇਪ ਜੀ ਅਰਦਾਸ ਹੁੰਦੀ ਹੈ। ਅਰਦਾਸ ਦੇ ਸੋਦਰ ਦੇ ਟਾਈਮ ਅਰਦਾਸੀਆ ਖੜਾ ਹੋ ਕੇ ਅਰਦਾਸ ਰੂਪ ਵਿੱਚ ਅਰਜ਼ ਕਰਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਇਹ ਜੋ ਅਰਦਾਸ ਹੈ ਇਹ ਮਾਈਕ ਤੇ ਨਹੀਂ ਹੁੰਦੀ, ਲੇਕਿਨ ਫਿਰ ਵੀ ਕੁਝ ਹਲਕੀ ਹਲਕੀ ਜਿਹੜੀ ਹੈ ਇਹ ਅਰਦਾਸ ਜਿਹੜੀ ਹੈ ਸੁਣਾਈ ਦਿੰਦੀ ਹੈ। सतगुरु सच्चे पातशाह जियो, आप जी का हजूर शब्द चौंकी आरती साहब जी की अरदास है जी। नानक नाम चढ़दी कला तेरे पाने सरबत दा भला, ਅਤੇ ਮਗਰੋਂ ਫਤਿਹ ਬੁਲਾਈ ਜਾਂਦੀ ਹੈ। ਸਾਰੀ ਸੰਗਤ ਅਰਦਾਸ ਵੇਲੇ ਬੈਠੀ ਰਹਿੰਦੀ ਹੈ। ਹਰਿਮੰਦਰ ਸਾਹਿਬ ਵਿੱਚ ਇਹ ਸਭ ਤੋਂ ਸੰਖੇਪ ਸੰਗਤੀ ਰੂਪ ਵਿੱਚ ਕੀਤੀ ਜਾਂਦੀ ਰੋਜ਼ਾਨਾ ਅਰਦਾਸ ਹੈ, ਜੋ 20-22 ਸਕਿੰਟਾਂ ਵਿੱਚ ਹੀ ਸੰਪੰਨ ਹੋ ਜਾਂਦੀ ਹੈ। ਇਹ ਇੱਕ ਅਨੋਖੀ ਮਿਸਾਲ ਹੈ। ਇਸ ਤੋਂ ਮਗਰੋਂ ਬਾਬਾ ਬੁੱਢਾ ਜੀ ਦੀ ਇਤਿਹਾਸਕ ਚੌਂਕੀ ਦਰਬਾਰ ਸਾਹਿਬ ਦੀ ਛੋਟੀ ਪਰਿਕਰਮਾ ਵਿੱਚ ਪੁੱਜਦੀ ਹੈ ਤੇ ਕੁਝ ਸਮੇਂ ਲਈ ਇਸ ਚੌਂਕੀ ਦੀ ਕਾਰਵਾਈ ਅਤੇ ਅਰਦਾਸ ਕਰਕੇ ਕੀਰਤਨ ਰੁਕ ਜਾਂਦਾ ਹੈ। ਇੱਥੇ ਹੀ ਦਰਬਾਰ ਸਾਹਿਬ ਤੋਂ ਬਾਹਰ ਅਰਦਾਸ ਤੋਂ ਮਗਰੋਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਇਆ ਜਾਂਦਾ ਹੈ। ਮਗਰੋਂ ਹਰਿਮੰਦਰ ਸਾਹਿਬ ਅੰਦਰ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਹੈ। ਸੋਹਲੇ ਸਾਹਿਬ ਦੇ ਪਾਠ ਦੀ ਸਮਾਪਤੀ ਮਗਰੋਂ ਗੁਰੂ ਸਾਹਿਬ ਦੇ ਸੁਖ ਅਸਥਾਨ ਤੇ ਉਹਨਾਂ ਨੂੰ ਕੋਠਾ ਸਾਹਿਬ ਵਿਖੇ ਲੈ ਜਾਣ ਤੋਂ ਪਹਿਲੇ ਦਰਬਾਰ ਸਾਹਿਬ ਵਿੱਚ ਉਸ ਦਿਨ ਦੀ ਅੰਤਲੀ ਅਰਦਾਸ ਜਿਹੜੀ ਕੀਤੀ ਜਾਂਦੀ ਹੈ। ਤੋਂ ਅੱਜ ਦਾ ਵਿਚਾਰ ਇੱਥੇ ਹੀ ਸੰਪੰਨ ਕਰਦੇ ਹਾਂ। ਦਰਬਾਰ ਸਾਹਿਬ ਦੇ ਨਾਲ ਹੋਰ ਜੋ ਵਿਚਾਰ ਹਨ ਉਹ ਅਗਲੀ ਜਿਹੜੀ ਹੈ ਉਹ ਕਲਾਸ ਦੇ ਅੰਦਰ ਆਪ ਜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹੋਇਆ ਰੱਜ ਕੇ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।